ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੇਤੀਬਾੜੀ ਤੇ ਵਾਤਾਵਰਣ ਕੇਂਦਰ ਦੇ ਵੱਲੋਂ ਝੋਨਾ ਘਟਾਓ ਪੰਜਾਬ ਬਚਾਓ ਮੁਹਿੰਮ ਦੇ ਤਹਿਤ ਜੋ ਜਲ ਚੇਤਨਾ ਯਾਤਰਾ ਕੀਤੀ ਜਾ ਰਹੀ ਹੈ, ਉਹਦੇ ਤਹਿਤ ਅੱਜ ਅਸੀਂ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਸੋਨਗੜ੍ਹ ਵਿਖੇ ਆਏ ਹਾਂ, ਜਿੱਥੇ ਸਰਦਾਰ ਕਮਲਜੀਤ ਸਿੰਘ ਹੇਅਰ ਹੋਣੀ ਇਹਨਾਂ ਦਾ ਇੱਕ ਫਾਰਮ ਹੈ। ਇਹ ਕੁਦਰਤੀ ਖੇਤੀ ਕਰ ਰਹੇ ਨੇ। ਮੈਂ ਦੱਸਣਾ ਚਾਹੁੰਦਾ ਕਿ ਵੈਸੇ ਪੇਸ਼ੇ ਦੇ ਤੌਰ 'ਤੇ ਪਹਿਲਾਂ ਵਕੀਲ ਸੀਗੇ, ਤਕਰੀਬਨ 15 ਸਾਲ ਇਹਨਾਂ ਨੇ ਵਕਾਲਤ ਕੀਤੀ ਹੈ, ਪਰ ਹੁਣ ਪਿਛਲੇ ਸਮੇਂ ਤੋਂ ਇਹ ਵਕਾਲਤ ਛੱਡ ਕੇ ਖੇਤੀ ਵਾਲੇ ਪਾਸੇ ਆਏ ਨੇ ਤੇ ਕੁਦਰਤੀ ਤੌਰ ਦੇ ਉੱਪਰ ਖੇਤੀ ਕਰਦੇ ਆ ਔਰ ਬੜੀ ਸਫਲਤਾ ਦੇ ਨਾਲ ਕਰਦੇ ਆ। ਔਰ ਇੱਕ ਮਾਡਲ ਜਿਹੜਾ ਆ ਉਹ ਇਹਨਾਂ ਨੇ ਕੁਦਰਤੀ ਖੇਤੀ ਦਾ ਇੱਥੇ ਆਸੇ-ਪਾਸੇ ਦੇ ਇਲਾਕੇ ਦੇ ਜਿਹੜੇ ਹੋਰ ਉੱਦਮੀ ਕਿਸਾਨ ਸੀਗੇ ਉਹਨਾਂ ਦੇ ਨਾਲ ਵੀ ਸਾਂਝਾ ਕੀਤਾ। ਸੋ ਅੱਜ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਹਾਂਜੀ ਭਾਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜਿਸ ਤਰ੍ਹਾਂ ਦਾ ਹੁਣ ਮਨੁੱਖਤਾ ਦੇ ਸਾਹਮਣੇ ਇੱਕ ਸੰਕਟ ਹੈਗਾ ਵਾਤਾਵਰਣ ਦੇ ਤੌਰ 'ਤੇ, ਇਕੱਲੀ ਆਪਾਂ ਜੇ ਖੇਤੀ ਦੇ ਬਾਰੇ 'ਚ ਤਾਂ ਮੇਰੇ ਖਿਆਲ ਹੁਣ ਪੰਜਾਬ 'ਚ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਰਹਿ ਗਈ। ਪਾਣੀ ਦੀ ਗੱਲ ਹੈ ਜਿਹੜੀ ਉਹ ਵੀ ਬਹੁਤੇ ਬੰਦਿਆਂ ਨੂੰ ਸਮਝ ਆ ਗਈ ਹੈ, ਪਰ ਗੱਲ ਸਿਰਫ ਖੇਤੀ ਜਾਂ ਪਾਣੀ ਤੱਕ ਸੀਮਤ ਨਹੀਂ ਹੈ, ਬਲਕਿ ਇੱਕ ਜੀਵਨ ਹੋਣ ਦਾ ਜਾਂ ਕੁਦਰਤੀ ਤਵਾਜ਼ਨ ਦਾ ਮਸਲਾ ਬਣਿਆ ਹੋਇਆ। ਅਤੇ ਉੱਦਾਂ ਇਹ ਕਹੀਏ ਵੀ ਸਾਰੀ ਦੁਨੀਆ ਦੇ ਪੱਧਰ ਦੇ ਉੱਪਰ ਇਹ ਮਸਲਾ ਹੈਗਾ। ਸੋ ਤੁਸੀਂ ਕੀ ਸਮਝਦੇ ਆ ਕਿ ਪੰਜਾਬ ਦੇ ਵਾਸਤੇ ਇਹ ਕਿੰਨਾ ਕੁ ਗੰਭੀਰ ਮਸਲਾ ਹੈਗਾ? ਇਹਦੀ ਗੰਭੀਰਤਾ ਕੀ ਹੈਗੀ ਹੈ, ਇਹ ਵਾਸਤੇ ਮੇਰੀਆਂ ਨਜ਼ਰਾਂ 'ਚ ਇਹਦੀ ਗੰਭੀਰਤਾ ਕੀ ਹੈਗੀ ਹੈ ਇਹ ਦੱਸਣ ਵਾਸਤੇ ਮੈਂ ਥੋੜ੍ਹੀ ਜਿਹੀ ਆਪਣੀ ਬੈਕਗਰਾਊਂਡ ਦੱਸੂੰਗਾ। ਮੇਰਾ ਪਿੰਡ ਹੈ ਸੋਨਗੜ੍ਹ ਰੱਤੇਵਾਲਾ। ਸਾਡੀ ਫੈਮਿਲੀ ਦੇ ਵਿੱਚੋਂ ਕੋਈ ਪੜ੍ਹਿਆ ਨਹੀਂ ਸੀ। ਮੇਰੇ ਫਾਦਰ ਸਾਹਿਬ ਅਨਪੜ੍ਹ ਸੀ, ਮੇਰਾ ਦਾਦਾ ਸਾਹਿਬ, ਸਾਡਾ ਪਰਿਵਾਰ ਅਨਪੜ੍ਹ ਸੀ, ਲੇਕਿਨ ਇਹਨਾਂ ਨੇ ਮਿਹਨਤ ਕਰਕੇ ਜ਼ਮੀਨ ਬਹੁਤ ਬਣਾਈ ਸੀ। ਸਾਡੇ ਕੋਲ ਇੱਥੇ ਚੰਗੀ ਜ਼ਮੀਨ ਸੀ। ਮੇਰੇ ਕੋਲ 50 ਕਿੱਲੇ ਜ਼ਮੀਨ ਹੈ ਇੱਥੇ ਪਿੰਡ ਦੇ ਵਿੱਚ। ਮੇਰੇ ਫਾਦਰ ਸਾਹਿਬ ਕਹਿੰਦੇ ਸੀਗੇ ਕਿ ਮੁੰਡੇ ਨੂੰ ਡਾਕਟਰ ਬਣਾਉਣਾ ਹੈਗਾ। ਉਹਨਾਂ ਨੇ ਮੈਨੂੰ ਕੋਸ਼ਿਸ਼ ਕੀਤੀ ਡਾਕਟਰ ਬਣਾਉਣ ਦੀ, ਨਹੀਂ ਬਣ ਸਕਿਆ। ਲਾਅ ਕਰਿਆ, ਵਕਾਲਤ ਸ਼ੁਰੂ ਕਰ ਲਈ ਮੁਕਤਸਰ, ਸਾਡਾ ਡਿਸਟ੍ਰਿਕਟ ਹੈੱਡਕੁਆਟਰ ਦੇ ਵਿੱਚ। ਬੜੀ ਜਲਦੀ ਮੈਂ ਐਸਟੈਬਲਿਸ਼ ਹੋ ਗਿਆ ਇੱਥੇ, ਮੇਰੀ ਵਕਾਲਤ ਬਹੁਤ ਵਧੀਆ ਹੋ ਗਈ। ਵਕਾਲਤ ਕਰਦੇ ਦੌਰਾਨ ਮੈਂ ਮਹਿਸੂਸ ਕੀਤਾ ਮੇਰੇ ਘਰ ਦੇ ਸਾਹਮਣੇ ਇੱਕ ਕੋਆਪਰੇਟਿਵ ਸੁਸਾਇਟੀ ਹੈ। ਉਹ ਸੁਸਾਇਟੀ ਦੇ ਵਿੱਚ ਜਦੋਂ ਇਹਦਾ ਸੁਰਤ ਸੰਭਾਲੀ ਹੈਗੀ ਹੈ ਉਹ ਇੱਥੇ ਹੀ ਸੀਗੀ, ਅਤੇ ਉੱਥੇ ਇੱਕ ਆਸ਼ੇ ਟਰੈਕਟਰਾਂ ਦੇ ਨਾਲ, ਜਿਹੜੇ ਕਮਾਨੀਆਂ ਵਾਲੇ ਆਸ਼ੇ ਟਰੈਕਟਰ ਹੁੰਦੇ ਸੀ, ਉਹਨਾਂ ਦੇ ਨਾਲ ਯੂਰੀਆ ਆਉਂਦੀ ਹੁੰਦੀ ਸੀ। ਥੋੜ੍ਹੇ ਚਿਰਾਂ ਬਾਅਦ ਮੈਂ ਦੇਖਿਆ ਕਿ ਉਹ ਮਾਡਲ ਜਿਹਾ ਪੁਰਾਣਾ ਹੋ ਗਿਆ, ਨਵੇਂ ਟਰੈਕਟਰ ਆਉਣ ਲੱਗ ਪਏ, ਵੱਡੇ ਟਰਾਲੀ ਮਗਰ ਆਉਣ ਲੱਗ ਪਏ, ਉਹਨਾਂ 'ਤੇ ਯੂਰੀਆ ਆਉਣ ਲੱਗ ਪਈ। ਫਿਰ ਥੋੜ੍ਹੇ ਚਿਰ ਬਾਅਦ ਮੈਂ ਦੇਖਿਆ ਕਿ ਟਰੱਕਾਂ 'ਤੇ ਯੂਰੀਆ ਆਉਣ ਲੱਗ ਪਈ। ਫਿਰ ਉਸ ਤੋਂ ਬਾਅਦ ਥੋੜ੍ਹੇ ਚਿਰ ਬਾਅਦ ਦੇਖਿਆ ਕਿ ਵੱਡੇ ਘੋੜੇ ਟਰੱਕ ਆ ਜਿਹੜੇ, ਉਹਨਾਂ 'ਤੇ ਆਉਣ ਲੱਗ ਪਈ। ਇੱਕ, ਦੋ, ਫਿਰ 5, 7 ਆਉਣ ਲੱਗ ਪਈ। ਮੈਂ ਇੱਥੋਂ ਜਿੰਨਾ ਚਿਰ ਮੈਂ ਵਕਾਲਤ ਕੀਤੀ ਹੈ 2000 ਤੋਂ ਲੈ ਕੇ 2015 ਤੱਕ, ਮੈਂ ਆਪਣਾ ਪਿੰਡ ਨਹੀਂ ਛੱਡਿਆ। ਪਿੰਡ ਨਾਲ ਮੈਂ ਬਹੁਤ ਜੁੜਿਆ ਹੋਇਆ ਸੀ। ਇੱਥੋਂ ਜਦੋਂ ਘਰ ਤੋਂ ਨਿਕਲਣਾ, 25 ਕਿਲੋਮੀਟਰ ਸ਼ਹਿਰ ਆ, ਰਸਤੇ ਜਾਂਦਿਆਂ ਇਹ ਗੱਲ ਬੜੀ ਸਟਰਾਈਕ ਕਰਨੀ, ਯਾਰ ਪਿੰਡ ਦੀ ਜਿਹੜੀ ਸਾਡੀ ਹੈਗੀ ਹੈ ਐਗਰੀਕਲਚਰ ਲੈਂਡ ਤਾਂ ਉਹੀ ਹੈ ਨਾ, ਲੇਕਿਨ ਜਿਹੜਾ ਹੈਗਾ ਯੂਰੀਆ ਦੀ ਇਨਪੁਟਸ ਹਰ ਸਾਲ ਵੱਧ ਰਹੀ ਹੈ, ਅਤੇ ਗੱਲ ਰੁਕੂਗੀ ਕਿੱਥੇ ਜਾ ਕੇ? ਤਾਂ ਇੰਨੇ ਕੁ ਚਿਰ ਨੂੰ ਸੋਚਦੇ ਮੁਕਤਸਰ ਆ ਜਾਣਾ ਅਤੇ ਮੈਂ ਆਪਣੇ ਕੋਰਟ 'ਚ ਕੰਮ ਲੱਗ ਜਾਣਾ। ਫਿਕਰ ਆਉਂਦਾ ਸੀ ਯਾਰ ਕੁਛ ਨਾ ਕੁਛ ਤਾਂ ਹੈ, ਵੀ ਕਿੱਥੇ ਰੁਕੂਗੀ ਗੱਲ ਜਾ ਕੇ? ਹਰ ਜ਼ਮੀਨ ਤਾਂ ਉਨੀ ਹੈ ਪਿੰਡ ਦੀ, ਹਰ ਸਾਲ ਇਨਪੁਟ ਡੋਜ਼ ਐਂ ਵੱਧਦੀ ਜਾਂਦੀ ਹੈ। ਤਾਂ ਉਹ ਉਹੀ ਗਈ ਦਿਮਾਗ 'ਚ ਆਉਣੀ ਗੱਲ, ਫਿਰ ਨਿਕਲ ਜਾਣੀ, ਐਂ ਚੱਲਦਾ ਗਿਆ ਸਾਰਾ ਕੁਛ। ਤਾਂ ਕੀ ਹੋਇਆ ਕਿ 2006 ਦੇ ਵਿੱਚ ਮੇਰੇ ਫਾਦਰ ਸਾਹਿਬ 53 ਈਅਰ ਏਜ ਦੇ ਵਿੱਚ ਹਾਰਟ ਅਟੈਕ ਨਾਲ ਚਲੇ ਗਏ। ਉਸ ਤੋਂ ਪਹਿਲਾਂ ਪੁਰਾਣੀ ਗੱਲ 1996 'ਚ ਛੋਟਾ ਬ੍ਰਦਰ ਸੀਗਾ, 10 ਸਾਲ ਦੀ ਉਮਰ 'ਚ ਬ੍ਰੇਨ ਟਿਊਮਰ ਨਾਲ ਚਲਾ ਗਿਆ। ਨਵੰਬਰ 2012 'ਚ ਮੇਰੇ ਗ੍ਰੈਂਡਫਾਦਰ ਦੀ ਏਜ ਸੀਗੀ 101 ਸਾਲ, ਉਹਨਾਂ ਦੀ ਡੈਥ ਹੁੰਦੀ ਹੈ। ਉਹ ਮੇਰੀ ਲਾਈਫ ਦਾ ਟਰਨਿੰਗ ਪੁਆਇੰਟ ਸੀਗਾ। ਤਾਂ ਉਦੋਂ ਜਿਵੇਂ ਸਾਡਾ ਸੋਸ਼ਲੀ ਟਰੈਂਡ ਹੈਗਾ, ਅਫਸੋਸ ਕਰਨ ਲੋਕ ਆਉਂਦੇ, ਸਾਡਾ MLA ਅਫਸੋਸ ਕਰਨ ਆਇਆ, ਮੈਨੂੰ ਕਹਿੰਦਾ ਵਕੀਲ ਸਾਹਿਬ ਬਜ਼ੁਰਗਾਂ ਦੀ ਉਮਰ ਬੜੀ ਚੰਗੀ ਸੀ। ਮੈਂ ਕਿਹਾ ਹਾਂਜੀ 101 ਸਾਲ। ਮੈਂ ਕਿਹਾ ਜੀ ਵੱਡੀ ਗੱਲ ਇਹ ਕਿ ਹੈਗੀ ਹੈ ਕਿ ਇੱਕ ਦਿਨ ਦੀ ਹੌਸਪੀਟਲਾਈਜੇਸ਼ਨ ਨਹੀਂ ਸੀ ਬੰਦੇ ਦੀ, ਬਿਮਾਰ ਹੀ ਨਹੀਂ ਹੋਇਆ, ਐਲੋਪੈਥੀ ਮੈਡੀਸਨ ਹੀ ਨਹੀਂ ਲਈ। ਤਾਂ ਅੱਛਾ, ਕਹਿੰਦੇ ਕਮਾਲ। ਮੈਨੂੰ ਕਹਿੰਦੇ ਯਾਰ ਤੇਰੇ ਫਾਦਰ ਸਾਹਿਬ ਜਲਦੀ ਚਲੇ ਗਏ। ਮੈਂ ਕਿਹਾ ਹਾਂਜੀ 53 ਸਾਲ ਦੀ ਉਮਰ 'ਚ। ਮੈਂ ਜੀ ਮੇਰਾ ਛੋਟਾ ਬ੍ਰਦਰ 10 ਸਾਲ ਦੀ ਚਲਾ ਗਿਆ। ਕਹਿੰਦੇ ਯਾਰ ਦਾਦੇ ਦੀ ਉਮਰ 101 ਸਾਲ, ਪੁੱਤ ਦੀ ਉਮਰ 53 ਸਾਲ, ਪੋਤਰੇ ਦੀ ਉਮਰ 10 ਸਾਲ, ਕੁਛ ਨਾ ਕੁਛ ਤਾਂ ਹੈ ਨਾ ਜੋ ਗਲਤ ਹੋਈ ਜਾਂਦਾ ਹੈ। ਵਕੀਲ ਸਾਹਿਬ ਥੋੜ੍ਹਾ ਜਿਹਾ ਔਰਗੈਨਿਕ ਕਰ ਲਿਆ ਕਰੋ। ਮੈਂ ਸਿਰ ਮਾਰਤਾ, ਹਾਂਜੀ ਕਰ ਲਿਆ ਕਰਾਂਗੇ। ਮੈਨੂੰ ਕੀ ਪਤਾ ਔਰਗੈਨਿਕ ਕੀ ਹੁੰਦਾ, ਮੈਂ ਤਾਂ AC 'ਚ ਰਹਿੰਦਾ, ਗੋਰਾ ਚਿੱਟਾ ਰੰਗ ਹੈ ਅਤੇ ਬੜਾ ਡਰ ਲੱਗਦਾ, ਗਰਮੀ ਆਉਂਦੀ ਹੈ। ਤਾਂ ਮੈਂ ਕਿਹਾ ਜੀ ਕਰ ਲਿਆ ਕਰਾਂਗੇ, ਮੈਨੂੰ ਪਤਾ ਹੀ ਕੁਛ ਨਹੀਂ ਔਰਗੈਨਿਕ ਕੀ ਹੁੰਦਾ। ਸ਼ਾਮ ਨੂੰ ਨੈੱਟ 'ਤੇ ਸਰਚ ਕੀਤਾ ਵਟ ਇਜ਼ ਔਰਗੈਨਿਕ, ਉਹ ਪਤਾ ਲੱਗਾ ਕਿ ਔਰਗੈਨਿਕ ਫਾਰਮਿੰਗ ਹੁੰਦੀ ਹੈ। ਔਰਗੈਨਿਕ ਫਾਰਮਿੰਗ ਤੋਂ ਗਾਂਹ ਹੋਰ ਖੁੱਲ੍ਹਦਾ ਕਿਤੇ ਮੈਂ ਖੇਤੀ ਵਿਰਾਸਤ ਮਿਸ਼ਨ ਦੇ ਸੰਪਰਕ 'ਚ ਆ ਗਿਆ, ਮਹਿੰਦਰ ਦੱਤ ਦੇ। ਉਹਨਾਂ ਦੇ ਸੰਪਰਕ 'ਚ ਆਉਣ ਤੋਂ ਬਾਅਦ ਸਮਝ ਬਣੀ, ਉਹਨਾਂ ਨੂੰ ਬੁਲਾਇਆ ਇੱਥੇ, ਅਸੀਂ ਇੱਕ ਸੈਮੀਨਾਰ 'ਚ ਕਰਵਾਇਆ ਮੁਕਤਸਰ ਕੋਰਟ ਦੇ ਵਿੱਚ, ਹੋਰ ਸਾਰੇ ਵਕੀਲ ਬੁਲਾਏ। ਉਹ ਕਹਿੰਦੇ ਪਤਾ ਤੁਹਾਡੇ ਕੋਲ ਐਗਰੀਕਲਚਰ ਲੈਂਡ ਕਿੰਨੀ ਹੈ ਪੰਜਾਬ ਕੋਲ? ਇਸ ਸਾਨੂੰ ਤਾਂ ਨਹੀਂ ਪਤਾ। 1.5% ਕਲਟੀਵੇਸ਼ਨ ਲੈਂਡ ਦਾ ਸ਼ੇਅਰ ਹੈ ਸਾਡੇ ਕੋਲ, 18% ਪੈਸਟੀਸਾਈਡ ਪਈ ਜਾਂਦਾ ਹੈ।
ਐਗਰੀਕਲਚਰ ਦਾ ਜਿਹੜਾ ਅਸੀਂ ਮਾਡਲ ਅਡਾਪਟ ਕਰ ਲਿਆ, ਇਹ ਮਾਡਲ ਸਾਨੂੰ ਬਰਬਾਦ ਕਰ ਦੂਗਾ। ਉਹ ਸਾਰਾ ਸੁਣਿਆ, ਉਹਨਾਂ ਨੂੰ ਸਮਝ ਬਣੀ, ਤਾਂ 2-3 ਦਿਨ ਸੌ ਨਹੀਂ ਸਕਿਆ ਕਿ ਯਾਰ ਆਹ ਹਾਲਾਤ ਬਣੇ ਪਏ ਹੈ, ਕੀ ਕਰਾਂਗੇ। ਇਹ ਪੈਸੇ ਦੇ ਨਾਲ ਮੈਂ ਆਪਣਾ ਬਾਪ ਨਹੀਂ ਬਚਾ ਸਕਿਆ, ਇਸ ਪੈਸੇ ਦੇ ਨਾਲ ਮੈਂ ਆਪਣਾ ਭਰਾ ਨਹੀਂ ਬਚਾ ਸਕਿਆ, ਤੇ ਕਿੰਨਾ ਚਿਰ ਚੱਲ ਜੂ ਇਹ ਕਿੰਨਾ ਚਿਰ ਚੱਲ ਜੂ। ਤਾਂ ਬਹੁਤ ਸਸ਼ੋ 5 ਦੇ ਵਿੱਚ ਬਹੁਤ ਪਰੇਸ਼ਾਨ ਰਿਹਾ ਥੋੜ੍ਹੇ ਦਿਨ। ਦੁਬਾਰਾ ਫਿਰ ਗੱਡੀ ਚੱਕੀ, ਉਹਨਾਂ ਕੋਲ ਚਲਾ ਗਿਆ ਕਿ ਜੀ ਇਹ ਪੋਸੀਬਲ ਹੈ। ਅੱਜ ਸਾਰੀ ਏਅਰ ਪੋਲਿਊਟ ਹੈ, ਸੋਇਲ ਪੋਲਿਊਟ ਹੈ, ਵਾਟਰ ਪੋਲਿਊਟ ਹੈ। ਅਸੀਂ ਇਹਨਾਂ ਦੇ ਸਮਿਆਂ ਦੇ ਵਿੱਚ ਵੀ ਗੱਲ ਕਰੀਏ ਕਿ ਆਰਗੈਨਿਕ ਖੇਤੀ ਕਰ ਲਾਂਗੇ, ਜ਼ਹਿਰ ਮੁਕਤ ਕਰ ਲਾਂਗੇ, ਕੀ ਵਾਇਬਲ ਹੈ, ਪੋਸੀਬਲ ਹੈ? ਉਹ ਕਹਿੰਦੇ ਹਾਂ ਹੈ, ਜਿਹੜੇ ਕਿਸਾਨ ਕਰਦੇ ਤਾਂ ਉਹਨਾਂ ਨੂੰ ਜਾ ਕੇ ਮਿਲ। ਮੈਂ ਗੱਡੀ ਚੱਕੀ, ਉਹਨਾਂ ਕੋਲੇ ਗਿਆ, ਪਿੰਗਲਵਾੜਾ ਮਾਸਟਰ ਰਾਜਵੀਰ ਜੀ ਕੋਲੇ ਗਿਆ, ਜਿੰਨੇ ਵੀ ਮੈਂ ਸਾਰਿਆਂ ਕੋਲੇ ਜਾ ਕੇ ਆਇਆ, ਲੇਕਿਨ ਮੈਂ ਸੈਟਿਸਫਾਈ ਨਹੀਂ ਹੋਇਆ। ਮੈਂ ਆ ਗਿਆ, ਆ ਕੇ ਮੈਂ ਵਿਗਿਆਨ ਨੂੰ ਜਾਣਨਾ ਚਾਹੁੰਦਾ ਸੀਗਾ ਕਿ ਉਹ ਵਿਗਿਆਨ ਕੀ ਹੈ ਕੁਦਰਤੀ ਖੇਤੀ ਦਾ। ਮੈਂ ਆ ਕੇ ਮਹਿੰਦਰ ਜੀ ਨੂੰ ਕਿਹਾ ਜੀ ਮੈਂ ਜਾਇਆ ਆ, ਪਰ ਮੈਂ ਸੰਤੁਸ਼ਟ ਨਹੀਂ ਹੋਇਆ। ਉਹ ਕਹਿੰਦੇ ਠੀਕ ਹੈ, ਕੋਈ ਗੱਲ ਨਹੀਂ। 29, 30 ਤੇ 31 ਦਸੰਬਰ 2012 ਨੂੰ ਡਾਕਟਰ ਓਮ ਪ੍ਰਕਾਸ਼ ਰੁਪੇਲਾ, ਇੱਕ ਸਾਇੰਟਿਸਟ ਨੇ, ਮਾਈਕਰੋਬਾਇਓਲੋਜਿਸਟ ਹੈ ਹੈਦਰਾਬਾਦ ਤੋਂ, ਉਹ ਆ ਰਹੇ ਆ, ਤੂੰ ਵੀ ਉੱਥੇ ਆ ਜੀ। ਮੈਂ ਵੀ ਉੱਥੇ ਗੱਡੀ ਚੱਕੀ ਪਹੁੰਚ ਗਿਆ। 3 ਦਿਨਾਂ ਦੀ ਵਰਕਸ਼ਾਪ ਸੀ ਉੱਥੇ, ਪੰਜਾਬ ਦੇ ਕੁਦਰਤੀ ਖੇਤੀ ਕਰਨ ਵਾਲੇ ਸਾਰੇ ਕਿਸਾਨ ਆਏ ਹੋਏ ਸੀ। ਮੈਂ ਵੀ ਉੱਥੇ ਪਹੁੰਚ ਗਿਆ। ਉੱਥੇ ਜਾ ਕੇ ਮੇਰੀ ਤਾਂ ਹੁਣ ਸਮਝ ਹੈ ਨਹੀਂ, ਮੈਂ ਤਾਂ ਵਕਾਲਤ ਕਰਨ ਵਾਲਾ ਬੰਦਾ, ਕਦੇ ਖੇਤ ਹੀ ਨਹੀਂ ਗਿਆ, ਖੇਤੀ ਕੀ ਹੁੰਦੀ ਹੈ ਹੀ ਨਹੀਂ ਪਤਾ ਨਾ। ਉੱਥੇ ਜਾ ਕੇ ਦੇਖਿਆ, ਸਮਝਿਆ ਸਾਰਾ ਕੁਛ, ਤਾਂ ਥੋੜ੍ਹੀ ਸਮਝ ਬਣਨੀ ਸ਼ੁਰੂ ਹੋਈ। ਤਾਂ ਇਧਰਲੇ ਪਾਸੇ ਨੂੰ ਜੁੜ ਗਿਆ, ਨਾਲ ਫਿਕਰ ਆਉਣ ਲੱਗ ਪਿਆ ਕਿ ਯਾਰ ਹਾਲਾਤ ਕੀ ਹੈ ਸਾਡੇ ਪੰਜਾਬ ਦੇ। ਕਿਸ ਸਮੇਂ ਤੁਸੀਂ ਇਹ ਮੈਂ ਨਵੰਬਰ 31 ਦਸੰਬਰ 2012 ਦੀ ਗੱਲ ਕਰ ਰਿਹਾ। ਜਨਵਰੀ ਸਮਝ ਲਓ 13 ਦੇ ਸਟਾਰਟਿੰਗ ਦੀ ਗੱਲ ਕਰ। ਤੇ ਸ਼ੁਰੂ ਕਦੋਂ ਕੀਤੀ ਤੁਸੀਂ ਫਿਰ ਕੁਝ? ਮੈਂ ਉਦੋਂ ਹੀ ਆ ਗਿਆ, ਤੇ ਆ ਕੇ ਤੇ ਮੈਂ ਕਿਹਾ ਜੀ ਕਿ ਮੈਂ ਡਰ ਗਿਆ ਬਹੁਤ ਕਿ ਆਹ ਹਾਲਾਤ ਹੈ, ਇੰਨਾ ਜ਼ਹਿਰ ਖਾ ਕੇ ਤਾਂ ਮਰ ਜਾਵਾਂਗੇ, ਤਾਂ ਆਪਣੇ ਲਈ ਕੁਛ ਨਾ ਕੁਛ ਤਾਂ ਕਰੀਏ ਖਾਣ ਵਾਸਤੇ। ਤਾਂ ਆਪਣੇ ਵਾਸਤੇ ਸੋਚਿਆ ਕਿ ਕਿੱਲੇ ਕੁ ਦੇ ਵਿੱਚ ਸ਼ੁਰੂ ਕਰਦੇ ਆ। ਜਦੋਂ ਕਿੱਲੇ ਕੁ ਦੇ ਵਿੱਚ ਸ਼ੁਰੂ ਕੀਤਾ, ਤੇ ਫਿਰ ਮੈਂ ਸੋਚਿਆ ਯਾਰ ਮੈਂ ਤਾਂ ਹੁਣ ਆਰਗੈਨਿਕ ਖਾ ਲੂੰਗਾ, ਜ਼ਹਿਰ ਮੁਕਤ ਖਾ ਲੂੰਗਾ, ਮੈਂ ਸਮਾਜ ਨੂੰ ਜ਼ਹਿਰਾਂ ਵਾਲਾ ਵੇਚਾਂ, ਤੇ ਇਹ ਕਿੱਧਰਲਾ, ਇਹ ਤਾਂ ਸਾਡਾ ਧਰਮ ਹੀ ਨਹੀਂ ਸਾਨੂੰ ਕਹਿੰਦਾ ਹੈ। ਤਾਂ ਬੜੀ ਫਿਰ ਦੁਬਿਧਾ ਦੇ ਵਿੱਚ ਆ ਗਿਆ ਕਿ ਨਹੀਂ, ਮੈਂ ਜਿੰਨੀ ਖੇਤੀ ਮੈਂ ਕਰੂੰਗਾ, ਕੁਛ ਮੇਰੀ ਪਹਿਲੀ ਹਿੱਸੇ ਠੇਕੇ ਤੇ ਦਿੱਤੀ ਹੁੰਦੀ ਹੈ, ਉਹ ਤਾਂ ਚੱਲ ਛੱਡੋ, ਜਿੰਨੀ ਮੈਂ ਕਰਦਾ ਉਹ ਤਾਂ ਫਿਰ ਮੈਂ ਦੂਜੀ ਆਰਗੈਨਿਕ ਹੀ ਕਰੂੰਗਾ, ਉੱਥੇ ਮੈਂ ਪੈਸਟੀਸਾਈਡ ਨਹੀਂ ਪਾਊਂਗਾ, ਅੱਗਾ ਨਹੀਂ ਲਾਊਂਗਾ। ਤਾਂ ਅਸੀਂ ਫਿਰ ਫੈਸਲਾ ਲੈ ਲਿਆ ਕਿ ਮੈਂ 20 ਏਕੜ 'ਚ ਖੇਤੀ ਕਰੂੰਗਾ। ਇਹ 20 ਏਕੜ ਦਾ ਪਲਾਟ ਹੈਗਾ। ਠੀਕ ਹੈ। ਤਾਂ ਹੁਣ ਮੈਨੂੰ ਕਿਤੋਂ ਤਜਰਬਾ ਹੀ ਹੈ ਨਹੀਂ ਖੇਤੀ ਦਾ ਕੋਈ। ਮੈਂ ਫਿਰ ਦੁਬਾਰਾ ਡਾਕਟਰ ਓਮ ਪ੍ਰਕਾਸ਼ ਰੁਪੇਲਾ ਜੀ ਨੂੰ ਉੱਥੇ ਮਿਲਿਆ, ਤਾਂ ਉਹਨਾਂ ਨੂੰ ਬੇਨਤੀ ਕੀਤੀ। ਡਾਕਟਰ ਰੁਪੇਲਾ ਖੇਤੀ ਦੇ ਅਲਟਰਨੇਟਿਵ ਮਾਡਲ 'ਤੇ ਕੰਮ ਕਰਨਾ ਚਾਹੁੰਦੇ ਸੀ ਪੰਜਾਬ 'ਚ। ਉਹ ਕਹਿੰਦੇ ਸੀਗੇ ਕਿ ਪੰਜਾਬ ਦਾ ਵਿੱਚ ਜਿਹੜਾ ਸਾਡਾ ਐਗਰੀਕਲਚਰ ਦਾ ਮਾਡਲ ਅਸੀਂ ਅਡਾਪਟ ਕਰ ਲਿਆ, ਇਹ ਸਸਟੇਨੇਬਲ ਮਾਡਲ ਨਹੀਂ ਹੈ। ਇਸ ਮਾਡਲ ਦੀ ਉਮਰ ਬਹੁਤ ਥੋੜ੍ਹੀ ਹੈ। ਇਹ ਮਾਡਲ ਜਦੋਂ ਆਇਆ ਸੀ, ਉਦੋਂ ਹੀ ਐਕਸਪਰਟ ਬੰਦਿਆਂ ਨੇ ਕਿਹਾ ਸੀ ਕਿ ਇਹਦੀ ਉਮਰ ਜਿਹੜੀ ਹੈਗੀ ਆ ਹਾਰਡਲੀ 35-40 ਸਾਲ ਹੈ। ਸਰਕਾਰ ਮੰਨੀ ਜਾਂਦੀ ਹੈ ਵੀ 1990 ਤੋਂ ਬਾਅਦ ਤਾਂ ਟੋਟਲੀ ਇਨਪੁਟ ਹੀ ਵਧੀ ਹੈ। ਹਾਂ, ਕਿਉਂਕਿ ਇਹਦੇ ਵਿੱਚ ਪਹਿਲੇ 20-30 ਸਾਲ ਬੜਾ ਸੋਹਣਾ ਲੱਗਣਾ ਸੀ। ਇਨਪੁਟ ਡੋਜ਼ ਵਧਣੀ ਸੀ, ਨਾਲ ਹੀ ਯੀਲਡ ਵਧਣੀ ਸੀ। ਉਹ 2000 ਤੱਕ ਚੱਲਦਾ ਗਿਆ, ਇਨਪੁਟ ਡੋਜ਼ ਵਧਦੀ ਗਈ, ਯੀਲਡ ਵਧਦੀ ਗਈ। ਪ੍ਰੋਡਕਸ਼ਨ ਲੈਵਲ ਉਹਦੇ ਬਾਅਦ ਉਹਦੇ 'ਚ ਤਾਂ ਸਟੈਗਨੇਸ਼ਨ ਚੱਲ ਗਈ, ਯਾਰ ਯੀਲਡ ਤਾਂ ਵਧ ਨਹੀਂ ਸਕਦੀ। ਹੁਣ ਤਾਂ ਜਿਹੜਾ ਹੈਗਾ ਇਨਪੁਟ ਡੋਜ਼ ਵਧਦੀ ਜਾਣੀ ਹੈ। ਐਟ ਦੈਟ ਸਟੇਜ ਤੇ ਆ ਕੇ ਇਹ ਮਾਡਲ ਜਿਹੜਾ ਹੈਗਾ ਫੇਲ ਹੋ ਜਾਣਾ। ਤੇ ਜਿੱਦਣ ਇਹ ਮਾਡਲ ਫੇਲ ਹੋ ਗਿਆ, ਉਦੋਂ ਪੰਜਾਬ ਦਾ ਕਿਸਾਨ ਜਿਹੜਾ ਹੈਗਾ ਫੇਲ ਹੋ ਜਾਣਾ ਹੈ। ਤੇ ਜਿੱਦਣ ਪੰਜਾਬ ਦਾ ਕਿਸਾਨ ਹੋ ਗਿਆ, ਤੇ ਪੰਜਾਬ ਦੀ ਤਾਂ ਇਕਨੋਮੀ ਐਗਰੀਕਲਚਰ ਬੇਸਡ ਹੈ। ਸਾਡੇ ਕੋਲ ਖਾਣਾ ਤਾਂ ਇੱਥੇ ਹੈ ਨਹੀਂ, ਕੋਈ ਟੂਰਿਜ਼ਮ ਤਾਂ ਹੋਰ ਤਾਂ ਕੁਛ ਹੈ ਨਹੀਂ, ਇਕਨੋਮੀ ਐਗਰੀਕਲਚਰ ਬੇਸਡ ਹੈ। ਐਗਰੀਕਲਚਰ ਦੇ ਵਿੱਚ ਜਿਹੜਾ ਮਾਡਲ ਅਡਾਪਟ ਕਰ ਲਿਆ, ਉਹਨੇ ਫੇਲ ਹੋਣਾ ਹੀ ਹੋਣਾ। ਤਾਂ ਐਟ ਦੈਟ ਸਟੇਜ ਤੇ ਆ ਕੇ ਜਿਹੜਾ ਹੈਗਾ 3 ਪ੍ਰੈਡਿਕਸ਼ਨਾਂ ਸੀਗੀਆਂ ਡਾਕਟਰ ਰੁਪੇਲਾ ਦੀਆਂ ਕਿ ਇੱਥੋਂ ਦੀ ਇੰਟੈਲੈਕਚੁਅਲ ਕਲਾਸ ਮਾਈਗ੍ਰੇਟ ਕਰੂਗੀ। ਸੈਕਿੰਡ ਉਹਨਾਂ ਦੀ ਪ੍ਰੈਡਿਕਸ਼ਨ ਸੀਗੀ ਕਿ ਇੱਥੋਂ ਦਾ ਜਿਹੜਾ ਹੈਗਾ ਹੈਲਥ ਇਸ਼ੂਜ਼ ਬਹੁਤ ਸੀਵੀਅਰ ਹੋਣਗੇ। ਤੀਸਰਾ ਉਹਨਾਂ ਦਾ ਸੀਗਾ ਕਿ ਇੱਥੋਂ ਦੀ ਜਿਹੜੀ ਹੈਗੀ ਹੈ ਸੋਇਲ ਜਿਹੜੀ ਹੈ ਉਹ ਡੈਡ ਹੋ ਜਾਣੀ ਹੈ। ਜੋ ਉਹਨਾਂ ਦੀ ਪ੍ਰੈਡਿਕਸ਼ਨ ਸੀ ਉਹ ਬਿਲਕੁਲ ਹੂਬਹੂ ਉਹੀ ਹੋਇਆ। ਤਾਂ ਮੈਂ 2 ਕਾਰਨਾਂ ਕਰਕੇ ਜਿਹੜਾ ਹੈ ਆਪਣੀ ਵਕਾਲਤ ਛੱਡ ਕੇ ਇੱਧਰ ਆਇਆ। ਇੱਕ ਤਾਂ ਸੀ ਹੈਲਥ ਇਸ਼ੂਜ਼ ਕਿ ਆਹ ਹਾਲਾਤ ਬਣ ਗਏ, ਇੰਨਾ ਜਿਹੜਾ ਹੈਗਾ ਔਖਾ ਹੋ ਗਿਆ, ਫੈਮਿਲੀ ਦੇ ਵਿੱਚ ਪ੍ਰੋਬਲਮਸ ਆ ਗਈਆਂ। ਸੈਕਿੰਡ ਸੀਗਾ ਕਿ ਇਹ ਜਿਹੜਾ ਹੈ ਮਾਡਲ ਫੇਲ ਹੋ ਗਿਆ, ਤੇ ਮੈਨੂੰ ਹੁਣ ਗਰਾਊਂਡ ਰੂਟ ਦੇ ਉੱਤੇ ਕੰਮ ਕਰਨਾ ਚਾਹੀਦਾ ਹੈ, ਤੇ ਕਿ ਇਹਨੂੰ ਜਿਹੜਾ ਹੈ ਸ਼ੁਰੂ ਤੋਂ ਮੈਂ ਕੰਮ ਕਰਾਂ, ਪ੍ਰੋਬਲਮ ਕਿੱਥੇ ਹੈ ਉੱਥੋਂ ਕੰਮ ਸ਼ੁਰੂ ਕਰਾਂ। ਹਾਂ, ਪੰਜਾਬ ਦੇ ਜੇਕਰ ਆਪਾਂ ਕਿੰਨਾ ਵੱਡਾ ਇਹ ਸੰਕਟ ਹੈਗਾ ਇਹਦੇ ਬਾਰੇ ਦੇ ਵਿੱਚ ਗੱਲ ਕਰੀਏ, ਅਸੀਂ ਹੁਣ ਜਿੰਨੇ ਦਿਨ ਤੇ ਯਾਤਰਾ ਦੇ ਉੱਪਰ ਹੈਗੇ, ਇੱਕ ਗੱਲ ਮਹਿਸੂਸ ਕੀਤੀ ਕਿ ਜਿੰਨੇ ਵੀ
ਕੁਦਰਤ ਦੇ ਵੱਲ ਨੂੰ ਪਰਤ ਕੇ ਆਏ ਆ, ਉਹ ਸਾਰੇ ਹੀ ਤਕਰੀਬਨ ਕਿਸੇ ਤਰਾਸਦੀ ਤੋਂ, ਪਰਿਵਾਰਕ ਨੇੜਲੇ ਜੀਆਂ ਦੀ ਤਰਾਸਦੀ ਦੇ ਵਿੱਚੋਂ ਆਏ ਆ। ਸੋ ਮੈਂ ਸਮਝਦਾ ਕਿ ਇਹ ਸਿਰਫ ਇਕੱਲਾ ਸਾਡੀ ਆਰਥਿਕਤਾ ਦਾ ਮਸਲਾ ਨਹੀਂ, ਸਾਡੀ ਟੋਟਲ ਆਪਾਂ ਕਹਿ ਸਕਦੇ ਹਾਂ ਕਿ ਜੀਵਨ ਹੋਣ ਦੇ ਨਾਲ ਜੁੜਿਆ ਹੋਇਆ ਮਸਲਾ ਹੈਗਾ ਆ। ਅੱਛਾ, ਹੁਣ ਸਮੱਸਿਆ ਜਿਹੜੀ ਆ ਉਹ ਇਸ ਲੈਵਲ ਤੱਕ ਆਪਾਂ ਕਹਿ ਲਈਏ ਆ ਗਈ ਆ ਕਿ ਹੁਣ ਘਰਾਂ ਦੇ ਵਿੱਚ ਆ ਗਈ, ਜਾਂ ਜਿੱਦਾਂ ਪਰਸਨਲ ਟ੍ਰੈਜਡੀਆਂ ਦੇ ਵਿੱਚੋਂ ਬੰਦੇ ਇਸ ਪਾਸੇ ਨੂੰ ਆਏ ਆ, ਤੁਸੀਂ ਵੀ ਆਏ ਹੋ। ਹੁਣ ਆਮ ਤੌਰ ਦੇ ਉੱਪਰ ਗੱਲ ਇਹ ਹੈ ਕਿ ਜਰਨਲਾਈਜ਼ ਨਹੀਂ ਹੁੰਦੀਆਂ ਇਹ ਗੱਲਾਂ, ਉਹ ਤੁਹਾਨੂੰ ਕੀ ਲੱਗਦਾ ਕਿ ਕਿਉਂ ਨਹੀਂ ਹੁੰਦੀਆਂ? ਹਾਂ, ਮੈਂ ਥੋੜਾ ਜਿਹਾ ਤੁਹਾਡੇ ਸਵਾਲ ਤੋਂ ਪਾਸੇ ਜਾਊਂਗਾ। ਅਸੀਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਖੇਤੀ ਦੀ, ਕਿਉਂਕਿ ਮੇਰੀ ਲਾਈਨ ਖੇਤੀ ਦੇ ਉੱਤੇ ਮੈਂ ਕੰਮ ਕਰ ਰਿਹਾ, ਖੇਤੀ ਮਾਡਲ ਤੇ ਕੰਮ ਕਰ ਰਿਹਾ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਇਸ਼ੂ ਬਹੁਤ ਸਵੀਅਰ ਹੈ, ਬੜਾ ਕੰਪਲੈਕਸ ਹੋਇਆ ਹੋਇਆ ਹੈ। ਇਹਨੂੰ ਐਡਾ ਸੌਖੇ ਹੱਲ ਨਹੀਂ ਹੈ, ਇਹਦੇ ਬੜੀ ਗੰਭੀਰਤਾ ਦੇ ਨਾਲ ਬੜਾ ਜਟਲ ਹੋਇਆ ਹੋਇਆ ਹੈ। ਸਭ ਤੋਂ ਪਹਿਲਾਂ ਅਸੀਂ ਖੇਤੀ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਖੇਤੀ ਕੀ ਹੈ? ਮੇਰੇ ਗੁਰੂ ਡਾਕਟਰ ਓਮ ਪ੍ਰਕਾਸ਼ ਰੁਪੇਲਾ ਜਦੋਂ ਖੇਤ ਆਏ ਤਾਂ ਮੇਰੇ ਕੋਲ ਆ ਕੇ ਉਹਨਾਂ ਦਾ ਪਹਿਲਾ ਸਵਾਲ ਇਹ ਸੀਗਾ, ਕਮਲਜੀਤ ਖੇਤੀ ਕੀ ਹੁੰਦੀ ਹੈ? ਮੈਂ ਕਿਹਾ ਡਾਕਟਰ ਸਾਹਿਬ ਫਸਲਾਂ ਬੀਜ ਦੇਣੀਆਂ, ਵੱਢ ਲੈਣੀਆਂ, ਵੇਚ ਦੇਣੀਆਂ ਤਾਂ ਪਰਿਵਾਰ ਚਲਾਉਣਾ। ਹੱਸ ਪਏ ਡਾਕਟਰ ਰੁਪੇਲਾ, ਕਹਿੰਦੇ ਸ਼ਾਇਦ ਤੁਹਾਡੇ ਪੰਜਾਬੀਆਂ ਵਾਸਤੇ ਇਹੀ ਖੇਤੀ ਹੁੰਦੀ ਹੈ, ਪਰ ਇਹ ਖੇਤੀ ਨਹੀਂ ਹੈ। ਖੇਤੀ ਦੀ ਪਰਿਭਾਸ਼ਾ ਕੁਛ ਹੋਰ ਹੈ। ਬੰਦਾ ਇਹਦੀ ਐਵੋਲੂਸ਼ਨ ਹੁੰਦੀ ਹੈ, ਬੰਦਾ ਸਿੱਖਦਾ ਹੈ। ਜੋ ਮੇਰੀ ਅੱਜ ਸਮਝ ਬਣੀ ਹੈ, ਇਹ ਮੇਰੀ ਸਮਝ ਅੱਜ ਤੋਂ 5 ਸਾਲ ਪਹਿਲਾਂ ਨਹੀਂ ਸੀ। ਹੋ ਸਕਦਾ ਸਾਲ ਤੱਕ ਜੋ ਮੈਂ ਅੱਜ ਕਹਿ ਰਿਹਾ ਮੈਂ ਇਹਦੇ ਤੋਂ ਮੇਰੀ ਹੋਰ ਸਮਝ ਬਦਲ ਜਾਵੇ। ਜੋ ਮੈਂ ਅੱਜ ਮਹਿਸੂਸ ਕਰਦਾ ਹੈਗਾ, ਮੈਂ ਖੇਤੀ ਨੂੰ ਕਿਵੇਂ ਦੇਖਦਾ, ਮੈਂ ਉਹਨੂੰ ਇੰਟਰਪ੍ਰੈਟ ਕਰਨ ਦੀ ਕੋਸ਼ਿਸ਼ ਕਰਦਾ। ਧਰਤੀ ਦੇ ਕਿਸੇ ਟੁਕੜੇ ਦੇ ਉੱਪਰ ਬਾਰਿਸ਼ ਦੇ ਪਾਣੀ ਦੇ ਨਾਲ ਕੋਈ ਵਨਸਪਤੀ ਉਗਦੀ ਹੈ ਤੇ ਪੈਦਾਵਾਰ ਦਿੰਦੀ ਹੈ, ਉਸ ਖਿੱਤੇ ਨੂੰ ਅਸੀਂ ਜੰਗਲ ਕਹਿੰਦੇ ਹਾਂ। ਕਿਸੇ ਟੁਕੜੇ ਦੇ ਉੱਪਰ ਅਸੀਂ ਵੈਜੀਟੇਸ਼ਨ ਬਨਸਪਤੀ ਨੂੰ ਉਗਾਉਂਦੇ ਆ ਪਾਣੀ ਦੇ ਕੇ ਤੇ ਪੈਦਾਵਾਰ ਲੈਂਦੇ ਆ, ਇਸ ਟੁਕੜੇ ਨੂੰ ਖੇਤ ਕਿਹਾ ਜਾਂਦਾ ਹੈ। ਤੇ ਇਹ ਪੈਦਾਵਾਰ ਲੈਣ ਲਈ ਜਿਹੜੀ ਅਸੀਂ ਸਰਗਰਮੀ ਕਰਦੇ ਆ ਉਹਨੂੰ ਅਸੀਂ ਖੇਤੀ ਕਹਿੰਦੇ ਆ। ਸੋ ਜਿਹੜੀ ਇਹ ਸਰਗਰਮੀ ਕੀਤੀ ਗਈ ਇਹ ਕਦੇ ਵੀ ਕੁਦਰਤੀ ਨਹੀਂ ਹੋ ਸਕਦੀ, ਇਹ ਹਮੇਸ਼ਾ ਗੈਰ ਕੁਦਰਤੀ ਹੋਊਗਾ। ਤਾਂ ਖੇਤੀ ਇੱਕ ਗੈਰ ਕੁਦਰਤੀ ਵਰਤਾਰਾ ਹੈ। ਪ੍ਰੋਡਕਸ਼ਨ ਇੱਥੋਂ ਵੀ ਮਿਲਦੀ ਹੈ, ਜਾਮਨ ਦਾ ਫਰੂਟ ਸਾਨੂੰ ਜੰਗਲ ਚੋਂ ਵੀ ਮਿਲਦਾ ਹੈ, ਜਾਮਨ ਇੱਥੋਂ ਵੀ ਮਿਲਦਾ ਹੈ, ਪਰ ਇੱਥੇ ਵੈਜੀਟੇਸ਼ਨ ਨੂੰ ਅਸੀਂ ਡਿਜ਼ਾਈਨ ਕੀਤਾ, ਅਸੀਂ ਆਪਣੀ ਲੋੜ ਦੇ ਲਈ ਜਿਹੜਾ ਹੈਗਾ ਇਹਨੂੰ ਵਨਸਪਤੀ ਨੂੰ ਉਗਾਇਆ ਹੈ। ਤਾਂ ਖੇਤੀ ਜਿਹੜੀ ਹੈਗੀ ਹੈ ਇੱਕ ਗੈਰ ਕੁਦਰਤੀ ਵਰਤਾਰਾ ਹੈ। ਸੋ ਆਪਾਂ ਇੱਥੇ ਪਹੁੰਚੇ ਸੀਗੇ ਕਿ ਖੇਤੀ ਇੱਕ ਗੈਰ ਕੁਦਰਤੀ ਵਰਤਾਰਾ ਹੈ। ਹੁਣ ਮੈਂ ਵੀ ਕਹਿ ਦਿੰਦਾ ਮੈਂ ਕੁਦਰਤੀ ਖੇਤੀ ਕਰਦਾ, ਸਾਡੇ ਬਹੁਤ ਕਿਸਾਨ ਕਹਿੰਦੇ ਕੁਦਰਤੀ ਖੇਤੀ ਕਰਦੇ ਆ। ਫਿਰ ਕੁਦਰਤੀ ਖੇਤੀ ਕਿਵੇਂ ਹੋਈ ਹੈ ਨਾ? ਹੁਣ ਅਸੀਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੈਗੇ ਆ। ਅਸੀਂ ਇੱਕ ਜੰਗਲ ਨੂੰ ਦੇਖਦੇ ਹਾਂ। ਜੰਗਲ ਦੇ ਵਿੱਚ ਕੀ ਹੈ? ਉੱਥੇ ਦੋ ਤਰ੍ਹਾਂ ਦੀ ਵੈਜੀਟੇਸ਼ਨ ਹੈ, ਵਨਸਪਤੀ ਹੈ। ਇੱਕ ਤਾਂ ਉਹ ਵਨਸਪਤੀ ਹੈ ਜਿਹੜੀ ਹਰ ਸਾਲ ਉਗਦੀ ਹੈ, ਖਤਮ ਹੋ ਜਾਂਦੀ ਹੈ, ਜਿਹਦੇ 'ਚ ਨਦੀਨ ਆ ਗਏ, ਫਸਲਾਂ ਆ ਗਈਆਂ, ਉੱਥੇ ਬੀਜ ਜਾਨਵਰ ਲੈ ਗਏ, ਮੱਕੀ ਵੀ ਦਾਣੇ ਖੜੇ ਆ, ਬਾਜਰਾ ਵੀ ਖੜਾ ਹੈ, ਵੀ ਨਦੀਨ ਖੜੇ ਆ। ਵੈਜੀਟੇਸ਼ਨ ਜਿਹੜੀ ਹਰ ਸਾਲ ਉਗਦੀ ਹੈ, ਖਤਮ ਹੋ ਜਾਂਦੀ, ਜਿਹਨੂੰ ਉਹਨਾਂ ਦੀ ਭਾਸ਼ਾ ਦੇ ਵਿੱਚ ਐਨੂਅਲਸ ਕਿਹਾ ਜਾਂਦਾ ਹੈ। ਦੂਸਰੀ ਉੱਥੇ ਵੈਜੀਟੇਸ਼ਨ ਉਹ ਹੈ ਜਿਹੜੀ ਇੱਕ ਵਾਰ ਉਗਦੀ ਹੈ, ਲੰਬਾ ਸਮਾਂ ਚੱਲਦੀ ਹੈ, ਵੱਡੇ ਰੁੱਖ ਜਿਹੜੇ ਆ ਗਏ ਹੈ ਨਾ। ਦੋ ਤਰ੍ਹਾਂ ਦੀ ਵੈਜੀਟੇਸ਼ਨ, ਜਿਹਨੂੰ ਪੈਰੀਨੀਅਲਸ ਬੋਲਦੇ ਆ ਅਸੀਂ, ਐਨੂਅਲਸ ਤੇ ਪੈਰੀਨੀਅਲਸ, ਦੋ ਤਰ੍ਹਾਂ ਦੀ ਵੈਜੀਟੇਸ਼ਨ ਹੈ। ਤਿੰਨ ਤਰ੍ਹਾਂ ਦਾ ਜੀਵਨ ਹੈ ਉੱਥੇ। ਇੱਕ ਤਾਂ ਜੀਵਨ ਉਹ ਹੈ ਜਿਹੜਾ ਧਰਤੀ ਦੇ ਵਿੱਚ ਹੈ, ਜਿਹਨੂੰ ਅਸੀਂ ਮਾਈਕਰੋਬਸ ਕਹਿੰਦੇ ਆ, ਜਿਹਦੇ ਚ ਮੋਸਟਲੀ ਸੂਖਮ ਜੀਵ ਅੱਖ ਨਾਲ ਨਹੀਂ ਦੇ ਸਕਦੇ, ਸੱਪ ਵੀ ਉਹਦੇ ਚ ਆ ਗਏ, ਗਡੋਏ, ਪੂਰੀ ਦੁਨੀਆ ਹੈ ਧਰਤੀ ਦੇ ਵਿੱਚ ਰਹਿਣ ਵਾਲੀ। ਇੱਕ ਜੀਵਨ ਉਹ ਹੈ ਜਿਹੜਾ ਧਰਤੀ ਦੇ ਉੱਤੇ ਤੁਰਿਆ ਫਿਰਦਾ ਹੈ, ਉਹਦੇ ਵਿੱਚ ਕੁੱਤੇ ਬਿੱਲੀਆਂ ਜਿਹੜਾ ਹੈਗਾ ਉੱਤੇ ਤੁਰਨ ਵਾਲੇ ਜੀਵ, ਮਨੁੱਖ ਵੀ ਉਹਦੇ ਵਿੱਚ ਆ ਗਿਆ। ਤੀਸਰਾ ਜੀਵਨ ਥੋੜਾ ਜਿਹਾ ਹੋਰ ਇਹਦੇ ਤੋਂ ਉੱਤੇ ਹੈਗਾ, ਜਿਹੜਾ ਉੱਪਰ ਰੁੱਖਾਂ ਦੇ ਉੱਪਰ ਰਹਿੰਦਾ, ਉੱਡਣ ਵਾਲੇ ਜੀਵ ਹੈ, ਉੱਡਣ ਵਾਲੇ ਜੀਵ ਹੈ। ਤਿੰਨ ਤਰ੍ਹਾਂ ਦਾ ਜੀਵਨ, ਦੋ ਤਰ੍ਹਾਂ ਦੀ ਵਨਸਪਤੀ। ਹੁਣ ਤੁਸੀਂ ਕੁਦਰਤ ਦਾ ਜਿਹੜਾ ਹੈਗਾ ਸੰਤੁਲਨ ਦੇਖਿਓ ਜੇ, ਕਿੱਡਾ ਕਮਾਲ ਦਾ ਕੀਤਾ ਹੋਇਆ। ਇਹ ਤਿੰਨੋਂ ਤਰ੍ਹਾਂ ਦੇ ਜਿਹੜੇ ਜੀਵ ਹੈ, ਇਹਨਾਂ ਦਾ ਜਿਹੜਾ ਭੋਜਨ ਹੈ, ਇਹ ਦੋ ਤਰ੍ਹਾਂ ਦੀ ਵਨਸਪਤੀ ਹੈ, ਡਾਇਰੈਕਟਲੀ ਜਾਂ ਇਨਡਾਇਰੈਕਟਲੀ। ਚਾਹੇ ਤਾਂ ਇੱਕ ਸੱਪ ਵਿੱਚ ਰਹਿਣ ਵਾਲਾ ਜੀਵ ਚੂਹੇ ਨੂੰ ਖਾਂਦਾ ਹੈ ਤੇ ਚੂਹਾ ਘਾਹ ਖਾਂਦਾ ਹੈ, ਇਨਡਾਇਰੈਕਟਲੀ ਹੋ ਗਿਆ। ਚਾਹੇ ਤਾਂ ਇੱਕ ਉੱਪਰ ਰਹਿਣ ਵਾਲੀ ਜੀਵ ਬੱਕਰੀ ਘਾਹ ਖਾਂਦੀ ਹੈ ਤੇ ਉਹ ਘਾਹ, ਇਹ ਵਨਸਪਤੀ ਹੋ ਗਈ, ਡਾਇਰੈਕਟ ਹੋ ਗਿਆ। ਚਾਹੇ ਤਾਂ ਇੱਕ ਉੱਪਰ ਰਹਿਣ ਵਾਲਾ ਕਬੂਤਰ ਇੱਕ ਦਾਣਾ ਚੁਗਦਾ ਹੈ ਤੇ ਉਹ ਵੈਜੀਟੇਸ਼ਨ ਤੋਂ ਹੀ ਲੈਂਦਾ, ਪ੍ਰਾਪਤ ਕਰਦਾ, ਕਿਸੇ ਵੀ ਤਰੀਕੇ ਨਾਲ ਡਾਇਰੈਕਟਲੀ ਜਾਂ ਇਨਡਾਇਰੈਕਟਲੀ। ਇਹ ਤਿੰਨੋਂ ਤਰ੍ਹਾਂ ਦੇ ਜੀਵਨ ਦਾ ਜਿਹੜਾ ਫੂਡ ਹੈ ਉਹ ਵਨਸਪਤੀ ਹੈ। ਤੇ ਉਦੋਂ ਕਮਾਲਦਾਰ ਦੇਖਿਓ, ਇਹ ਤਿੰਨੋਂ ਤਰ੍ਹਾਂ ਦਾ ਜਿਹੜਾ ਜੀਵਨ ਹੈ, ਇਹਦਾ ਜਿਹੜਾ ਮਲ ਮੂਤਰ ਹੈ, ਇਹ ਦੋਨੋਂ ਤਰ੍ਹਾਂ ਦੀ ਵਨਸਪਤੀ ਦੀ ਖੁਰਾਕ ਹੈ। ਕਿੱਡਾ ਕਮਾਲ ਦਾ, ਕਿੱਡਾ ਸਾਈਕਲ ਹੈ। ਹੁਣ ਤੁਸੀਂ ਜਦੋਂ ਇਹਨੂੰ ਸਮਝੋਗੇ ਤਾਂ ਤੁਸੀਂ ਦੇਖੋਗੇ ਕਿ ਜਿੱਥੇ
ਬਣਿਆ ਹੋਇਆ ਸਾਈਕਲ ਬਣਿਆ ਹੋਇਆ, ਉੱਥੇ ਨੈਚੁਰਲ ਰਿਸੋਰਸਿਸ ਐਨਰਿਚ ਹੋਣਗੇ। ਉਲਟਾ ਨੈਚੁਰਲ ਰਿਸੋਰਸਿਸ ਐਨਰਿਚ ਕਰਨਗੇ, ਇੱਕ ਦੂਜੇ ਨੂੰ ਐਨਰਿਚ ਕਰਦੇ ਆ। ਕਿਵੇਂ? ਜਿਸ ਜਗ੍ਹਾ ਦੇ ਉੱਤੇ ਜੀਵਨ ਤਕੜਾ ਹੈ, ਜੀਵਨ ਦਾ ਵੋਲਿਊਮ ਜ਼ਿਆਦਾ ਹੈ, ਉੱਥੋਂ ਦੀ ਵਨਸਪਤੀ ਤਕੜੀ ਹੋਊਗੀ। ਜਿੱਥੋਂ ਦੀ ਵਨਸਪਤੀ ਤਕੜੀ ਹੈ, ਉੱਥੋਂ ਦਾ ਜਿਹੜਾ ਹੈਗਾ ਜੀਵਨ ਉਹ ਐਨਰਿਚ ਹੈ, ਵੋਲਿਊਮ ਤਕੜਾ ਹੈ। ਇਹਦੀਆਂ ਦੋ ਉਦਾਹਰਨਾਂ ਮੈਂ ਸਮਝਾਉਣ ਦੀ ਕੋਸ਼ਿਸ਼ ਕਰੂੰਗਾ। ਤੁਸੀਂ ਦੇਖਿਓ, ਅਸੀਂ ਕਿਸੇ ਪਿੰਡ ਦੇ ਵਿੱਚ ਕੋਈ ਐਸੀ ਜਗ੍ਹਾ ਨੂੰ ਦੇਖ ਲਓ ਜਿਹੜੀ ਪੁਰਾਣੀ ਜਗ੍ਹਾ ਹੈਗੀ ਹੈ, ਉੱਥੇ ਰੁੱਖ ਜਿਹੜੇ ਹੈਗੇ ਆ ਪੁਰਾਣੇ ਵਿਰਾਸਤੀ ਰੁੱਖ ਆ, ਤੇ ਰੁੱਖਾਂ ਦਾ ਵੈਜੀਟੇਸ਼ਨ ਤਕੜੀ ਹੈ। ਇੱਕ ਇਲਾਕੇ 'ਚ 1 ਕਿੱਲਾ ਜਗ੍ਹਾ ਲੈ ਲਓ, ਪਿੰਡ ਦੇ ਵਿੱਚ ਕੋਈ ਹੁੰਦੀ ਹੈ ਪੁਰਾਣੀ ਜਗ੍ਹਾ, ਝੁੜੀ ਹੁੰਦੀ ਹੈ ਪੁਰਾਣੀ, ਉੱਥੇ ਜਾ ਕੇ ਤੁਸੀਂ ਨਾ ਉੱਥੇ ਜਿਹੜੇ ਜੀਵਨ ਹੈ ਤਿੰਨੋਂ ਤਰ੍ਹਾਂ ਦਾ, ਉਸ ਜੀਵਨ ਦਾ ਤੁਸੀਂ ਡਾਇਵਰਸਿਟੀ ਦੇਖਿਓ ਜੀ, ਤੇ ਉਹਦਾ ਵੋਲਿਊਮ ਦੇਖਿਓ ਜੀ। ਉੱਥੇ ਜੀਵਨ ਦੀ ਗਿਣਤੀ ਜ਼ਿਆਦਾ ਹੋਊਗੀ, ਕਟੋਰਾਂ ਦੀ ਗਿਣਤੀ ਜ਼ਿਆਦਾ ਹੋਊਗੀ। ਠੀਕ ਹੈ, ਤਾਂ ਕੀ ਹੋਇਆ ਕਿ ਜਿੱਥੇ ਵੈਜੀਟੇਸ਼ਨ ਤਕੜੀ ਹੈ ਉੱਥੇ ਜੀਵਨ ਤਕੜਾ ਹੈ। ਠੀਕ ਹੈ, ਤਾਂ ਹੁਣ ਇਹਦਾ ਦੂਸਰਾ ਰੂਪ ਵੀ ਦੇਖ ਲਿਓ, ਜਿੱਥੇ ਜੀਵਨ ਜ਼ਿਆਦਾ ਹੈ, ਜੀਵ ਜਗਤ ਜ਼ਿਆਦਾ ਹੈ, ਉੱਥੋਂ ਦੀ ਵੈਜੀਟੇਸ਼ਨ ਤਕੜੀ ਹੋਊਗੀ। ਕਿਵੇਂ? ਇੱਕ ਪਿੰਡ ਹੈ, ਪਿੰਡ ਦੇ ਵਿੱਚ ਮੰਨ ਲਓ ਸਾਡਾ ਪਿੰਡ ਦੀ ਗੱਲ ਕਰ ਲਈਏ, 2000 ਏਕੜ ਰਕਬਾ ਹੈ। 2000 ਏਕੜ ਰਕਬੇ ਦੇ ਵਿੱਚੋਂ 20 ਏਕੜ ਰਕਬੇ ਦੇ ਵਿੱਚ ਸਾਰੀ ਪਾਪੂਲੇਸ਼ਨ ਇਲਾਕੇ ਦੀ ਸਾਡੇ ਪਿੰਡ ਦੀ ਇਕੱਠੀ ਹੋ ਕੇ ਇੱਕ ਥਾਂ ਤੇ ਉਹਨਾਂ ਨੇ ਆਪਣੀ ਰਿਹਾਇਸ਼ ਕਰ ਲਈ। ਉੱਥੇ ਵੋਲਿਊਮ ਵਧ ਗਿਆ, ਉਹਦੇ ਕੋਲ ਪਾਲਤੂ ਜੀਵ ਵੀ ਆ, ਕੁੱਤੇ ਵੀ ਰੱਖੇ, ਗਾਵਾਂ ਮੱਝਾਂ, ਸਾਰਾ। ਉੱਥੇ ਜੀਵਨ ਜ਼ਿਆਦਾ ਸੰਘਣਾ ਹੋ ਗਿਆ। ਹੁਣ ਜੀਵਨ ਜ਼ਿਆਦਾ ਸੰਘਣਾ ਹੋ ਗਿਆ ਤਾਂ ਉਹਦੇ ਆਊਟਸਕਰਟਸ ਦੇ ਵਿੱਚ, ਉਹਦੀ ਪੈਰੀਫਰੀ ਦੇ ਵਿੱਚ ਜਿਹੜੀ ਵੈਜੀਟੇਸ਼ਨ ਹੈ, ਉਹ ਸਾਡੀਆਂ ਜਿਹੜੀਆਂ ਨਿਆਈਆਂ ਦੀਆਂ ਜ਼ਮੀਨਾਂ ਹੈ ਉਹ ਤਕੜੀਆਂ ਹੋਣਗੀਆਂ ਹੈ। ਤਾਂ ਜਿੱਥੇ ਜੀਵਨ ਦਾ ਵੋਲਿਊਮ ਜ਼ਿਆਦਾ, ਜੀਵ ਜਗਤ ਦਾ ਵੋਲਿਊਮ ਜ਼ਿਆਦਾ, ਉੱਥੋਂ ਦੀ ਵਨਸਪਤੀ ਤਕੜੀ, ਪਰਸਪਰ ਜੁੜੀਆਂ ਹੋਈਆਂ। ਤਾਂ ਇਹਨੂੰ ਜਦੋਂ ਸਮਝਿਆ ਤਾਂ ਫਿਰ ਦੇਖਿਆ ਕਿ ਖੇਤੀ ਦੇ ਵਿੱਚ ਸਾਨੂੰ ਇਹ ਸਭ ਕੁਝ ਰੱਖਣਾ ਪੈਣਾ ਹੈ। ਇਹਨੂੰ ਖੇਤੀ ਨੂੰ ਅਸੀਂ ਸਸਟੇਨੇਬਲ ਕਹਿ ਸਕਦੇ ਹਾਂ, ਸੈਲਫ ਸਸਟੇਨੇਬਲ। ਜਿਹੜਾ ਤੁਹਾਡੀ ਵਨਸਪਤੀ ਤੁਹਾਡੀ ਜੀਵ ਜਗਤ ਨੂੰ ਪਾਲੇ ਤੇ ਤੁਹਾਡੀ ਵਨਸਪਤੀ ਨੂੰ ਤੁਹਾਡਾ ਜੀਵ ਜਗਤ ਪਾਲੇ। ਤਾਂ ਸਾਨੂੰ ਖੇਤੀ ਦੇ ਵਿੱਚ ਐਸਾ ਸੈਲਫ ਸਸਟੇਨੇਬਲ ਮਾਡਲ ਲੈ ਕੇ ਆਉਣਾ ਪੈਣਾ ਹੈ। ਤਾਂ ਇਹਦੀ ਸਮਝ ਜਦੋਂ ਬਣੀ ਤਾਂ ਫਿਰ ਇਹਦੇ ਤੇ ਕੰਮ ਕਰਨਾ ਸ਼ੁਰੂ ਕੀਤਾ। ਤਾਂ ਮੈਂ ਉਸ ਤੋਂ ਪਹਿਲਾਂ ਮੇਰੇ ਕੋਲੇ ਤੁਹਾਨੂੰ ਦਿਖਾਵਾਂਗੇ ਖੇਤ ਵਿੱਚ ਕੋਈ ਜ਼ਿਆਦਾ ਜਾਨਵਰ ਪੰਛੀ ਨਹੀਂ ਸੀਗੇ। ਤਾਂ ਫਿਰ ਉਹ ਜਦੋਂ ਸਮਝ ਬਣਨ ਤੋਂ ਬਾਅਦ ਫਿਰ ਮੈਂ ਹੁਣ ਇਹਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ। ਹੁਣ ਜਿਹੜਾ ਹੈਗਾ ਮੇਰੀ ਪੈਦਾਵਾਰ, ਜਿਹੜੀ ਅਸੀਂ ਪ੍ਰੋਡਕਸ਼ਨ ਦੀ ਗੱਲ ਕਰਦੇ ਹਾਂ, ਸਾਡੀ ਕੁਦਰਤੀ ਖੇਤੀ ਵਾਲੇ ਕਿਸਾਨ ਸਾਰਿਆਂ ਦੀ ਇੱਕੋ ਹੀ ਪ੍ਰੋਬਲਮ ਹੁੰਦੀ ਹੈ, ਕੰਪਲੇਂਟ ਹੁੰਦੀ ਹੈ ਕਿ ਇਹਦੇ 'ਚ ਪੈਦਾਵਾਰ ਬਹੁਤ ਘੱਟ ਜਾਂਦੀ ਹੈ। ਮੈਂ ਪੈਦਾਵਾਰ ਦੇ ਮਾਮਲੇ ਦੇ ਉੱਤੇ ਵੀ ਦੇਖਿਆ ਕਿ ਪੈਦਾਵਾਰ ਨੂੰ ਵੀ ਸਾਨੂੰ ਇੰਟਰਪ੍ਰੈਟ ਕਰਨਾ ਪੈਣਾ ਹੈ। ਪ੍ਰੋਡਕਸ਼ਨ ਦੇ ਵਿੱਚ ਸਾਡਾ ਕੀ ਹੈਗਾ, ਪ੍ਰੋਡਕਸ਼ਨ ਨੂੰ ਮੈਂ ਦੋ ਪਾਰਟਾਂ 'ਚ ਦੇਖਦਾ। ਇੱਕ ਤਾਂ ਪ੍ਰੋਡਕਸ਼ਨ ਆਉਂਦੀ ਹੈ ਵੈਜੀਟੇਸ਼ਨ ਤੋਂ, ਸੈਕੰਡ ਪ੍ਰੋਡਕਸ਼ਨ ਆਉਂਦੀ ਹੈ ਸਾਡੇ ਜੀਵ ਜਗਤ ਤੋਂ। ਇਹ ਦੋਨਾਂ ਪ੍ਰੋਡਕਸ਼ਨ ਨੂੰ ਸਾਨੂੰ ਕਲੈਕਟਿਵਲੀ ਲੈਣਾ ਪੈਣਾ ਹੈ, ਇਹਨਾਂ ਦੋਨਾਂ ਨੂੰ ਇਕੱਠੇ ਕਰਨਾ ਪੈਣਾ ਹੈ। ਤੇ ਇਸ ਪ੍ਰੋਡਕਸ਼ਨ ਦੇ ਵਿੱਚੋਂ ਵੀ ਹਾਫ ਪ੍ਰੋਡਕਸ਼ਨ ਸਾਨੂੰ ਵਾਪਸ ਜ਼ਮੀਨ ਨੂੰ ਦੇਣੀ ਪੈਣੀ ਹੈ। ਵੈਜੀਟੇਸ਼ਨ ਤੋਂ ਪ੍ਰੋਡਕਸ਼ਨ ਆਉਂਦੀ ਹੈ, ਮੈਂ ਵੈਜੀਟੇਸ਼ਨ ਤੋਂ ਮੱਕੀ ਬੀਜ ਲਈ, ਇੱਕ ਤਾਂ ਮੈਨੂੰ ਮੱਕੀ ਸੀਡ ਆ ਗਿਆ, ਮੱਕੀ ਦੀ ਛੱਲੀ ਆ ਗਈ, ਇੱਕ ਮੈਨੂੰ ਉਹਦਾ ਰੈਜ਼ੀਡਿਊ ਆ ਗਿਆ। ਤਾਂ ਮੈਂ ਜਿਹੜਾ ਹੈਗਾ ਵੈਜੀਟੇਸ਼ਨ ਤੋਂ ਜਿਹੜੀ ਪ੍ਰਾਪਤ ਕਰੂੰਗਾ ਪ੍ਰੋਡਕਸ਼ਨ, ਉਹਦੇ ਵਿੱਚ ਸਿਰਫ ਕੱਲਾ ਜਿਹੜਾ ਹੈਗਾ ਫਰੂਟ, ਉਹ ਤੇ ਮੇਰਾ ਹੱਕ ਹੈ, ਬਾਕੀ ਮੇਰਾ ਧਰਤੀ ਮਾਂ ਦਾ ਵਾਪਿਸ ਮੋੜਨਾ। ਠੀਕ ਹੈ, ਇਸੇ ਤਰ੍ਹਾਂ ਹੀ ਜਿਹੜੀ ਮੈਨੂੰ ਪ੍ਰੋਡਕਸ਼ਨ ਆਉਂਦੀ ਹੈਗੀ ਹੈ ਜੀਵ ਜਗਤ ਤੋਂ, ਉਹਦੇ ਵਿੱਚ ਵੀ ਦੋ ਪਾਰਟ ਹੈ। ਇੱਕ ਤਾਂ ਮੈਂ ਮੁਰਗੀਆਂ ਦੀ ਜੇ ਗੱਲ ਕਰਾਂ, ਇੱਕ ਤਾਂ ਮੁਰਗੀਆਂ ਨੇ ਆਂਡੇ ਦਿੱਤੇ, ਇੱਕ ਮੁਰਗੀਆਂ ਨੇ ਜਿਹੜੀਆਂ ਹੈਗੀਆਂ ਐਕਸਕ੍ਰੀਟਾ, ਬਿੱਠਾਂ ਦਿੱਤੀਆਂ। ਤਾਂ ਮੇਰਾ ਰਾਈਟ ਸਿਰਫ ਕੱਲਾ ਉਹਨਾਂ ਦੀਆਂ ਜਿਹੜੀਆਂ ਉਹ ਅੰਡਿਆਂ ਦੇ ਉੱਤੇ ਹੈਗਾ, ਉਹਨਾਂ ਦੀਆਂ ਬਿੱਠਾਂ ਵਾਪਿਸ ਧਰਤੀ ਮਾਂ ਨੂੰ ਜਾਣੀਆਂ ਚਾਹੀਦੀਆਂ। ਤਾਂ ਧਰਤੀ ਮਾਂ ਜਿਹੜਾ ਖੇਤ ਹੈਗਾ, ਇਹ ਇੱਕ ਬੈਂਕ ਦੀ ਤਰ੍ਹਾਂ ਹੈ। ਇਹਦੇ ਵਿੱਚ ਅਸੀਂ ਕੱਢੀ ਜਾਵਾਂਗੇ, ਇਹਨੂੰ ਪਾਵਾਂਗੇ ਕੁਛ ਨਾ, ਤਾਂ ਜ਼ਿਆਦਾ ਸਮਾਂ ਚੱਲੂਗਾ ਨਹੀਂ। ਤਾਂ ਸਾਨੂੰ ਵਾਪਿਸ ਰਿਟਰਨ ਕਰਨਾ ਪੈਣਾ, ਧਰਤੀ ਮਾਂ ਨੂੰ ਵਾਪਿਸ ਦੇਣਾ ਪੈਣਾ। ਤਾਂ ਖੇਤੀ ਜਿਹੜਾ ਮੈਂ ਸਮਝਦਾ ਹੈਗਾ ਕਿ ਇੱਕ ਐਕਟੀਵਿਟੀ ਨਹੀਂ ਹੈ, ਇੱਕ ਵਿਵਸਥਾ ਹੈ। ਤੁਹਾਨੂੰ ਖੇਤ ਦੇ ਵਿੱਚ ਇੱਕ ਵਿਵਸਥਾ ਬਣਾਉਣੀ ਪੈਣੀ ਹੈ। ਉਹ ਵਿਵਸਥਾ ਜਿੱਥੇ ਵੈਜੀਟੇਸ਼ਨ ਦਾ ਜਿਹੜਾ ਹੈ, ਵੈਜੀਟੇਸ਼ਨ ਜੀਵ ਜਗਤ ਦਾ ਫੂਡ ਹੋਵੇ ਤੇ ਜੀਵ ਜਗਤ ਦਾ ਮਲ ਮੂਤਰ ਵੈਜੀਟੇਸ਼ਨ ਨੂੰ ਜਾਵੇ। ਇੱਕ ਤਵਾਜ਼ਨ ਬਣਾਇਆ ਸੀਗਾ ਇਨਪੁਟ ਆਊਟਪੁੱਟ ਦਾ, ਅਸੀਂ ਉਹਨੂੰ ਦਖਲ ਦੇ ਕੇ ਤੋੜਤਾ। ਤੁਸੀਂ ਜਿਸ ਮਾਡਲ ਦੀ ਗੱਲ ਕਰਦੇ ਹੋ, ਉਹਦੇ ਚ ਬੇਸਿਕਲੀ ਇਹ ਆ ਕਿ ਜਿੰਨੀ ਚੀਜ਼ ਮਨੁੱਖ ਨੂੰ ਚਾਹੀਦੀ ਹੈ ਉਨੀ ਲੈ ਲਈ ਜਾਏ, ਬਾਕੀ ਤੁਸੀਂ ਮਿਲ ਕੇ ਲੱਗਦਾ ਕਿ ਕੋਈ ਫੋਕੀ ਸੰਤੁਸ਼ਟਤਾ ਨਹੀਂ ਹੈਗੀ, ਹੈ ਨਾ।
ਤੁਹਾਨੂੰ ਮਹਿਸੂਸ ਹੁੰਦੀ ਹੈ ਇਹ ਗੱਲ ਕਿ ਵਾਕਈ ਉਹ ਦਿਸਦਾ ਕਿ ਇੱਕ ਰਸਤਾ ਹੈ? ਇਹ ਗੱਲ ਜਰਨਲਾਈਜ਼ ਤੁਸੀਂ ਕੀ ਸਮਝਦੇ ਆ ਕਿ ਕਿਹੜੀ ਗੱਲ ਕਰਕੇ ਜਰਨਲਾਈਜ਼ ਨਹੀਂ ਹੋ ਰਹੀ? ਇਹਦੇ ਕੋਈ ਅਰਥ ਕਰਦੇ ਜਾਂ ਇਹ ਸਾਡੀ ਬਿਰਤੀ ਦਾ ਮਸਲਾ ਹੈ? ਮੈਂ ਸਮਝਦਾ ਹੈਗਾ ਕਿ ਮੈਂ ਜਦੋਂ ਆਇਆ ਸੀਗਾ ਤਾਂ ਆਇਆ ਦੋ ਕਾਰਨਾਂ ਕਰਕੇ ਸੀਗਾ ਕਿ ਕੁਦਰਤੀ ਖੇਤੀ ਜਿਹੜੀ ਹੈਗੀ ਹੈ ਇਹਦੇ ਤੋਂ ਬਿਨਾਂ ਸਾਡੇ ਤੋਂ ਸਰਵਾਈਵ ਨਹੀਂ ਕੀਤਾ ਜਾਣਾ, ਤੇ ਇੱਕ ਹੈਲਥ ਇਸ਼ੂਜ਼ ਕਰਕੇ ਜਿਹੜੇ ਮੈਂ ਪਹਿਲਾਂ ਗੱਲਾਂ ਕਰਕੇ ਹਟਿਆ। ਪਰ ਮੈਂ ਥੋੜੇ ਚਿਰ ਬਾਅਦ ਮਹਿਸੂਸ ਕੀਤਾ ਕੁਦਰਤੀ ਖੇਤੀ ਇੱਕ ਸੈਕੰਡ ਸਟੇਜ ਹੈ, ਉਸ ਤੋਂ ਪਹਿਲਾਂ ਹੈ ਕੁਦਰਤ ਪੱਖੀ ਜੀਵਨ। ਤੁਹਾਨੂੰ ਲਾਈਫ ਸਟਾਈਲ ਕੁਦਰਤ ਪੱਖੀ ਕਰਨਾ ਪੈਣਾ ਹੈ। ਜੇ ਮੇਰਾ ਲਾਈਫ ਸਟਾਈਲ ਕੁਦਰਤ ਪੱਖੀ ਨਹੀਂ ਹੈ, ਮੈਂ ਕਹਾਂ ਕਿ ਮੈਨੂੰ ਖੇਤੀ ਕੁਦਰਤੀ ਖੇਤੀ ਬਚਾ ਦੂਗੀ, ਨੈਵਰ, ਕਦੇ ਨਹੀਂ ਹੋ ਸਕਦਾ। ਮੈਨੂੰ ਆਪਣਾ ਲਾਈਫ ਸਟਾਈਲ ਚੇਂਜ ਕਰਨਾ ਪੈਣਾ ਹੈ। ਲਾਈਫ ਸਟਾਈਲ ਦੇ ਵਿੱਚ ਮੈਨੂੰ ਮਿਨੀਮਲਿਸਟ ਬਣਨਾ ਪੈਣਾ। ਮੈਂ ਉਹ ਬੰਦਾ ਹੈ ਜਿਹੜਾ ਜਦੋਂ ਵਕਾਲਤ ਕਰਦਾ ਹੁੰਦਾ ਸੀ, 1.5 ਲੱਖ ਰੁਪਏ ਮੇਰੀ ਮਹੀਨੇ ਦੀ ਵਕਾਲਤ ਸੀ, ਤਾਂ ਉਸ 1.5 ਲੱਖ ਰੁਪਏ ਦੇ ਵਿੱਚ ਵੀ ਮੇਰੇ ਕੋਲੇ ਘਰੇ ਦੇਣ ਵਾਸਤੇ ਕੁਝ ਨਹੀਂ ਸੀ। ਮੇਰਾ ਉਹ ਸਭ ਕੁਝ ਆਪਣਾ ਸਟੇਟਸ ਮੇਨਟੇਨ ਕਰਨ ਤੇ ਲੱਗ ਜਾਂਦਾ ਸੀ। ਮੈਂ ਮੋਬਾਈਲ ਵੀ ਬਦਲਣਾ ਹੈ, ਮੈਂ ਗੱਡੀ ਬਦਲਣੀ ਹੈ, ਤਾਂ ਉਹ ਸਾਰਾ ਕੁਝ ਮੈਂ ਵਿਆਹਾਂ ਦੇ ਰੋਜ਼ ਦੇ 5-5 ਵਿਆਹ ਅਟੈਂਡ ਕਰਨੇ ਆ, ਉਹ ਸਾਰਾ ਮੇਰਾ ਪੈਸਾ ਸੋਸ਼ਲ ਸਟੇਟਸ ਮੇਨਟੇਨ ਕਰਨ ਦੇ ਉੱਤੇ ਲੱਗ ਜਾਂਦਾ ਸੀ। ਤਾਂ ਮੈਂ ਉਹ ਲਾਈਫ ਸਟਾਈਲ ਵਿੱਚ ਜਿਉਇਆ, ਮੈਂ ਇਸ ਲਾਈਫ ਸਟਾਈਲ ਦੇ ਵਿੱਚ ਵੀ ਆਇਆ। ਮੈਨੂੰ ਲੱਗਿਆ ਕਿ ਯਾਰ ਨਹੀਂ, ਮੈਂ ਜੇ ਕਹਾਂ ਮੈਂ ਲਾਈਫ ਸਟਾਈਲ ਉਹੀ ਰੱਖਣਾ ਤੇ ਮੈਂ ਕੁਦਰਤੀ ਖੇਤੀ ਮੈਨੂੰ ਕਿਵੇਂ ਬਚਾ ਦੂਗੀ? ਮੈਨੂੰ ਮਿਨੀਮਲਿਸਟ ਬਣਨਾ ਪੈਣਾ ਹੈ, ਮੈਨੂੰ ਮਿਨੀਮਲਿਸਟ ਬਣਨਾ ਪੈਣਾ ਹੈ। ਕਹਿ ਲਈਏ ਵੀ ਇੱਕ ਸੰਤੋਖੀ ਜੀਵਨ। ਹਾਂ ਇਹ ਆ ਸ਼ਬਦ ਤਾਂ ਹੁਣ ਆਏ, ਸਾਡੇ ਬਾਬੇ ਨੇ ਤਾਂ ਬਹੁਤ ਪਹਿਲਾਂ ਕਹਿਤਾ ਸੀ, ਸਬਰ ਦੇ ਨਾਲ ਰਹਿਣਾ, ਤੁਸੀਂ ਸੰਤੋਖ ਨਾਲ ਰਹਿਣਾ, ਤੁਸੀਂ ਉਪਭੋਗਤਾ ਘੱਟ ਤੋਂ ਘੱਟ ਕਰਨੀ ਹੈ। ਤਾਂ ਫਿਰ ਮੈਂ ਜਦੋਂ ਇੱਥੇ ਆਇਆ ਤਾਂ ਆ ਕੇ ਮੈਂ ਆਪਣੇ ਆਪ ਨੂੰ ਚੇਂਜ ਕੀਤਾ ਹੈ। ਮੇਰੇ ਕੋਲੇ ਆਹ ਕੁੜਤੇ ਪਜਾਮੇ ਇੱਥੋਂ ਪਿੰਡੋਂ ਹੀ ਲਏ ਹੋਏ ਹੈ, ਇਹ 3-4 ਸੂਟ ਹੈਗੇ ਆ, 2 ਕੁ ਮੇਰੇ ਕੋਲੇ ਹੈਗੇ ਸ਼ਹਿਰ ਜਾਣ ਵਾਸਤੇ। ਤਾਂ ਆ ਮੇਰੇ ਸ਼ੂਜ਼ ਜਿਹੜੇ ਹੈਗੇ ਟੁੱਟ ਗਏ ਸੀ, ਥੱਲੇੋਂ ਗੰਢਾ ਲਏ ਹੈਗੇ ਇਹਨੂੰ, ਤਾਂ ਇਹਨਾਂ ਲਿਆਂ ਨੂੰ ਵੀ 2 ਸਾਲ ਹੋ ਗਏ ਆ। ਤੇ ਇੱਕ ਇੱਕ ਚੀਜ਼ ਨੂੰ ਲੈਣ ਤੋਂ ਪਹਿਲਾਂ ਮੈਂ 10 ਵਾਰੀ ਸੋਚਦਾ ਕਿ ਯਾਰ ਜਿਹਦੀ ਜ਼ਰੂਰਤ ਨਹੀਂ, ਸਰਦਾ ਸਾਡਾ, ਜੇ ਮੇਰੇ ਕੋਲੇ ਮੈਨੂੰ 2 ਕਹੀਆਂ ਦੀ ਲੋੜ ਹੈ ਤੇ ਮੈਂ 4 ਲਊਂਗਾ ਤਾਂ ਮੈਨੂੰ ਕੀ ਲੋੜ ਹੈ? ਵੈਸੇ ਵੀ ਬੰਦੇ ਆਮ ਆਪਣੇ ਕਹਿ ਦਿੰਦੇ ਵੀ ਲੋੜਾਂ ਪੂਰੀਆਂ ਹੋ ਜਾਂਦੀਆਂ, ਖਾਹਿਸ਼ਾਂ ਤਾਂ ਖਾਹਿਸ਼ਾਂ ਨਹੀਂ ਪੂਰੀਆਂ ਹੁੰਦੀਆਂ। ਹਾਂ, ਤਾਂ ਤੁਹਾਨੂੰ ਆਪਣਾ ਲਾਈਫ ਸਟਾਈਲ ਚੇਂਜ ਕਰਨਾ ਪੈਣਾ। ਮੇਨ ਦਿੱਕਤ ਇੱਥੇ ਆ ਜਾਂਦੀ ਹੈ ਕਿ ਸਾਡਾ ਜਿਹੜਾ ਹੈਗਾ ਲਾਈਫ ਸਟਾਈਲ ਉਹ ਵਾਪਸ ਹੋਣਾ ਬਹੁਤ ਔਖਾ ਹੈ। ਮਤਲਬ ਬਿਰਤੀ ਤੁਸੀਂ ਮੰਨਦੇ ਆ ਕਿ ਬਿਰਤੀ ਨੂੰ ਬਦਲਣਾ ਸਾਡੇ ਵਾਸਤੇ ਮਸਲਾ ਹੈਗਾ? ਹਾਂ, ਵਾਪਸ ਉਹਦੇ ਤੇ ਔਖਾ ਹੈਗਾ ਆਉਣਾ। ਇੱਕ ਸੈਕੰਡਲੀ ਹੋਰ, ਅੱਛਾ ਤੁਸੀਂ ਕਿਹਾ ਵੀ ਆਉਣਾ ਔਖਾ ਆ, ਪਰ ਤੁਸੀਂ ਜਿੱਦਾਂ ਦੱਸਿਆ ਵੀ ਦੋਵੇਂ ਤਰ੍ਹਾਂ ਦਾ ਜਿਹੜਾ ਉਹ ਵਿਹਾਰ ਆ ਉਹ ਤੁਸੀਂ ਦੇਖਿਆ, ਤੁਹਾਡਾ ਕੀ ਤਜਰਬਾ ਦੋਵਾਂ ਚੋਂ ਸੰਤੁਸ਼ਟੀ ਕਿਹਦੇ ਚ ਜ਼ਿਆਦੀ ਹੈ? ਹਾਂ, ਸੰਤੁਸ਼ਟੀ ਨੈਚੁਰਲੀ ਹੈ, ਸੰਤੁਸ਼ਟੀ ਇਸੇ 'ਚ ਹੀ ਹੈਗੀ ਹੈ। ਉਹ ਪੈਸਾ ਤਾਂ ਤੁਹਾਡਾ ਜਿਹੜਾ ਹੈਗਾ ਸੋਸ਼ਲ ਸਟੇਟਸ ਮੇਨਟੇਨ ਕਰਨ ਤੇ ਨਿਕਲ ਜਾਂਦਾ ਹੈ। ਤੇ ਸਾਨੂੰ ਹੁਣ ਦੇਖਣਾ ਪੈਣਾ ਹੈਗਾ, ਸਾਡੇ ਐਸੈਟਸ ਨੂੰ ਵੀ ਡਿਫਾਈਨ ਕਰਨਾ ਪੈਣਾ, ਸਾਡੀ ਜਾਇਦਾਦ ਨੂੰ ਡਿਫਾਈਨ ਕਰਨਾ ਪੈਣਾ। ਜਦੋਂ ਅਸੀਂ ਐਸੈਟਸ ਦੀ ਗੱਲ ਕਰਦੇ ਨਾ, ਜਾਇਦਾਦ ਦੀ ਗੱਲ ਕਰਦੇ ਹਾਂ, ਤਾਂ ਅਸੀਂ ਐਸੈਟ ਸਿਰਫ ਉਸੇ ਨੂੰ ਦੇਖਦੇ ਹਾਂ ਜੋ ਫਾਈਨੈਂਸ਼ੀਅਲ ਐਸਪੈਕਟ ਹੀ ਟੱਚ ਕਰਦੇ ਆ। ਪਰ ਮੈਂ ਜੋ ਦੇਖਦਾ ਹੈਗਾ ਕਿ ਮੇਰੀ ਜਾਇਦਾਦ ਇਹ ਨਹੀਂ ਹੈ ਕਿ ਮੇਰੇ ਕੋਲ ਜ਼ਮੀਨ ਕਿੰਨੇ ਕਿੱਲੇ ਹੈ। ਮੇਰੀ ਜਾਇਦਾਦ ਮੇਰੀ ਹੈਲਥ ਦੇ ਵਿੱਚ ਫਿਜ਼ੀਕਲ ਹੈਲਥ, ਮੈਂਟਲ ਹੈਲਥ ਦੋਨੇ ਇਨਕਲੂਡ ਹੋਣੀਆਂ, ਤੇ ਮੇਰਾ ਸੋਸ਼ਲ ਸਟੇਟਸ ਕੀ ਹੈ। ਅੱਛਾ, ਇੱਕ ਮੈਂ ਇਹਦੇ ਨਾਲ ਹੀ ਜੁੜਦੀ ਗੱਲ ਪੁੱਛਣੀ ਚਾਹੁੰਦਾ ਤੁਹਾਡੇ ਤੋਂ ਕਿ ਦੇਖੋ ਇਹ ਹੁਣ ਧਰਤੀ ਜਿਹੜੀ ਆ ਇਹ ਇਕੱਲੇ ਮਨੁੱਖਾਂ ਦੇ ਵਾਸਤੇ ਤਾਂ ਕੁਦਰਤ ਸਾਜੀ ਨਹੀਂ, ਸਾਰੇ ਜੀਆ ਜੰਤ ਚੱਲ ਸਭਨਾਂ ਦੇ ਵਾਸਤੇ ਹੈਗੀ ਆ। ਨਿੱਜੀ ਤੌਰ ਦੇ ਉੱਪਰ ਗੱਲ ਕਰੀਏ, ਤੁਸੀਂ ਜਿੰਨੀ ਗੱਲ ਮੈਂ ਤੁਹਾਡੀ ਸਾਰੀ ਗੱਲਬਾਤ ਤੋਂ ਸਮਝ ਸਕਿਆ, ਜਿੰਨੇ ਪਹਿਲਾਂ ਨੂੰ ਵੀ ਮਿਲਦੇ ਰਹੇ ਆ, ਕਿ ਆਪਣੀ ਸਿਹਤ, ਮਾਨਸਿਕ ਸੰਤੁਸ਼ਟੀ ਇਸ ਪੱਖ ਤੋਂ ਸਾਨੂੰ ਪ੍ਰਾਪਤੀ ਹੁੰਦੀ ਹੈ। ਇਹ ਤਾਂ ਸਾਡੀਆਂ ਪ੍ਰਾਪਤੀਆਂ ਹੋ ਗਈਆਂ ਜਿਹੜਾ ਇਸ ਰਾਹ ਤੇ ਤੁਰਿਆ। ਤੁਹਾਨੂੰ ਲੱਗਦਾ ਹੈ ਕਿ ਇਸ ਪੱਖ ਤੋਂ ਚੱਲਣ ਦੇ ਨਾਲ ਬਾਕੀ ਜੀਆ ਜੰਤ ਨੂੰ ਕਿਸੇ ਤਰ੍ਹਾਂ ਦੀ ਕੋਈ ਕੁਦਰਤ ਨੂੰ ਵੀ ਅਸੀਂ ਕੁਝ ਦੇ ਰਹੇ ਹਾਂ ਜਾਂ ਉਹਨੂੰ ਮੋੜ ਰਹੇ ਹਾਂ, ਉਹਦਾ ਹਿੱਸਾ ਬਣਦਾ ਜਿਹੜਾ ਹੈਗਾ ਉਹ ਜੇ ਹੈ ਤੇ ਉਹਦੇ 'ਚ ਕਿਸ ਤਰ੍ਹਾਂ ਦਾ ਤਜਰਬਾ ਆ? ਜਿੱਦਾਂ ਤੁਸੀਂ ਪੰਛੀਆਂ ਦੀ ਗੱਲ ਇੱਕ ਕੀਤੀ ਸੀਗੀ, ਹੈ ਨਾ, ਵੀ ਪਹਿਲੋਂ ਘੱਟ ਹੁੰਦੇ ਸੀਗੇ, ਹੁਣ ਮਤਲਬ ਕਾਫੀ ਜ਼ਿਆਦਾ ਜਿਹੜੇ ਆਏ ਆ, ਉਹਦੇ ਵਾਸਤੇ ਤੁਸੀਂ ਕੀ ਸਮਝਦੇ ਵੀ ਇਹਦੇ ਰਾਹੀਂ ਆਪਾਂ ਕੁਦਰਤ ਨੂੰ ਕਿੱਦਾਂ ਕੰਟਰੀਬਿਊਟ ਕਰ ਸਕਦੇ? ਬਿਲਕੁਲ, ਜਦੋਂ ਅਸੀਂ ਜੰਗਲ ਨੂੰ ਦੇਖਦੇ ਹੈਗੇ ਆ ਤਾਂ ਉੱਥੇ ਮਨੁੱਖ ਨਹੀਂ ਹੈ, ਬਾਕੀ ਸਭ ਕੁਝ ਹੈ। ਉੱਥੇ ਵੈਜੀਟੇਸ਼ਨ ਵੀ ਹੈ, ਜੀਵ ਜਗਤ ਵੀ ਹੈ। ਮਨੁੱਖ ਨੂੰ ਕੁਦਰਤ ਨੇ ਦਿਮਾਗ ਬਖਸ਼ਿਆ ਸੀ, ਤਾਂ ਇਹਨੇ ਆਪਣੇ ਦਿਮਾਗ ਦੇ ਨਾਲ ਜਿਹੜਾ ਸੀਗਾ ਉਹ ਸਾਈਕਲ ਬ੍ਰੇਕ ਕਰਤਾ। ਹੁਣ ਇੱਕ ਜੰਗਲ ਹੈ, ਖੇਤ ਹੈਗਾ, ਅਸੀਂ ਜਾਂ ਇੱਕ ਪਾਪੂਲੇਟਡ ਏਰੀਆ ਲਾ ਲਈਏ, ਪਾਪੂਲੇਸ਼ਨ ਵਾਲਾ ਏਰੀਆ, ਤਾਂ ਇਸ ਏਰੀਏ ਦੇ ਵਿੱਚ ਮਨੁੱਖ ਰਹਿੰਦਾ, ਮਨੁੱਖ ਕੋਲੇ ਦਿਮਾਗ ਹੈ। ਇਹਨੇ ਉਹ ਸਾਈਕਲ ਬ੍ਰੇਕ ਕਰਤਾ, ਜਿਹੜਾ ਜੀਵ ਤੋਂ ਵਨਸਪਤੀ ਤੋਂ ਜੀਵ। ਤਾਂ ਜਦੋਂ ਜਿੱਥੇ ਮਨੁੱਖ ਦੀ ਇੰਟਰਫੀਅਰੈਂਸ ਆਉਂਦੀ ਹੈ ਉੱਥੇ ਉਹ ਸਾਈਕਲ ਬ੍ਰੇਕ ਹੁੰਦਾ। ਤੇ ਮੈਂ ਉਹ ਸਾਈਕਲ ਨੂੰ ਦੁਬਾਰਾ ਤੋਂ ਰਿਵਾਈਵ ਕਰਨ ਦੇ ਵਾਲੇ ਪਾਸੇ ਨੂੰ ਵਧ ਰਿਹਾ ਹੈਗਾ ਕਿ ਇੱਥੇ ਸਭ ਦਾ ਹੱਕ ਹੈ। ਉਹਦੀ ਦਖਲਅੰਦਾਜ਼ੀ ਘਟਾਈ ਹੈ ਕਿ ਇੱਥੇ ਸਭ ਦਾ ਹੱਕ ਹੈ। ਤੇ ਉਹਦੇ ਨਾਲ
ਜਿਹੜਾ ਹੈਗਾ ਨੈਚੁਰਲੀ ਹੈਗਾ, ਇੱਥੋਂ ਦੀ ਵਨਸਪਤੀ ਨੇ ਇਨਰਿਚ ਹੋਣਾ ਹੈ, ਇੱਥੋਂ ਦੇ ਜੀਵ ਜਗਤ ਨੇ ਇਨਰਿਚ ਹੋਣਾ ਹੈ, ਇੱਥੋਂ ਦੇ ਪੰਛੀਆਂ ਨੇ ਸਭ ਨੇ ਇਨਰਿਚ ਹੋਣਾ ਹੈ। ਮੈਂ ਉਹਨਾਂ 'ਚ ਇੰਟਰਫੀਰੈਂਸ ਘਟਾ ਰਿਹਾ ਹੈਗਾ ਕਿ ਉਹਨਾਂ ਨੂੰ ਹੱਕ ਹੈ ਯਾਰ ਜਿਉਣ ਦਾ, ਉਹਨਾਂ ਦਾ ਵੀ ਰਾਈਟ ਹੈ ਇੱਥੇ, ਇਹ ਧਰਤੀ ਮੇਰੀ ਨਹੀਂ ਹੈ ਇਕੱਲੇ ਦੀ, ਉਹਨਾਂ ਦਾ ਵੀ ਪੂਰਾ ਹੱਕ ਹੈ। ਇਹ ਹੋ ਗਿਆ ਮਿੱਟੀ ਪਾਣੀ ਦੇ ਉੱਪਰ ਕਿਸ ਤਰ੍ਹਾਂ ਦਾ ਅਸਰ ਪੈਂਦਾ, ਕਿਉਂਕਿ ਇਹ ਦੋ ਵੱਡੇ ਮਸਲੇ ਜੇ ਆਪਾਂ ਦੇਖੀਏ, ਇੱਕ ਤਾਂ ਜ਼ਮੀਨ ਦੀ ਫਰਟੀਲਿਟੀ ਘਟਣੀ ਸਾਡੇ ਲਈ ਸਿੱਧਾ ਮਸਲਾ ਹੈਗਾ, ਜਿਹਦੇ ਕਰਕੇ ਰਸਾਇਣ ਜਾਂ ਹੋਰ ਇਹ ਚੀਜ਼ਾਂ ਜਿਹੜੀ ਆ ਇਨਪੁਟ ਦੀ ਆਪਾਂ ਗੱਲ ਕੀਤੀ ਉਹ ਵਧਾਉਣੀ ਪੈ ਰਹੀ ਹੈ। ਦੂਜਾ ਜਿਹੜਾ ਪਾਣੀ ਖਰਾਬ ਹੋ ਰਿਹਾ ਤੇ ਡੂੰਘਾ ਜਾ ਰਿਹਾ, ਇਹ ਵੀ ਸਾਨੂੰ ਸਿੱਧੇ ਤੌਰ ਦੇ ਉੱਤੇ ਪ੍ਰਭਾਵਿਤ ਕਰਦਾ। ਮਿੱਟੀ ਤੇ ਪਾਣੀ ਦੇ ਉੱਪਰ ਕਿਸ ਤਰ੍ਹਾਂ ਦਾ ਅਸਰ ਇਹਦੇ ਨਾਲ ਪੈਂਦਾ? ਦੇਖੋ, ਜਿਹੜਾ ਅਸੀਂ ਐਗਰੀਕਲਚਰ ਦਾ ਮਾਡਲ ਲੈ ਆਂਦਾ ਉਹ ਇੱਕ ਇੰਡਸਟਰੀਅਲ ਮਾਡਲ ਹੈ, ਮੋਨੋਕਲਚਰ ਦਾ ਮਾਡਲ ਹੈ। ਇੱਕ ਹੀ ਫਸਲ ਅਸੀਂ ਉਗਾਉਣੀ ਹੈਗੀ ਹੈ ਤੇ ਉਹ ਵਿਵਸਥਾ ਨੇ ਸਾਨੂੰ ਇਹ ਮਾਡਲ ਸਾਡੇ ਤੇ ਥੋਪਿਆ ਹੈਗਾ ਕਿ ਤੁਹਾਨੂੰ ਅਸੀਂ MSP ਦਿੰਦੇ ਹੈਗੇ ਤੇ ਤੁਸੀਂ ਆਹ ਮਾਡਲ ਲੈ ਕੇ, ਉਹ ਵਿਵਸਥਾ ਨੇ ਸਾਨੂੰ ਮਾਡਲ ਦਿੱਤਾ ਹੈਗਾ। ਇਹ ਮਾਡਲ ਜਿਹੜਾ ਹੈਗਾ ਸਸਟੇਨੇਬਲ ਤਾਂ ਆਪਾਂ ਅੱਗੇ ਗੱਲ ਕਰ ਚੁੱਕੇ ਹਾਂ, ਹੈ ਹੀ ਨਹੀਂ ਹੈ। ਗਵਰਨਮੈਂਟ ਵੀ ਮੰਨਦੀ ਕਿ ਨਹੀਂ ਸੀ। ਤਾਂ ਜਦੋਂ ਤੁਸੀਂ ਉਸ ਇਕੋਲੋਜੀ ਦੇ ਸਾਈਕਲ ਨੂੰ ਬਿਲਡ ਕਰਦੇ ਹੋ, ਬਣਾਉਂਦੇ ਹੋ, ਤਾਂ ਉਹਦੇ ਨਾਲ ਜਿਹੜੀ ਹੈਗੀ ਹੈ ਸੋਇਲ ਹੈਲਥ ਇੰਪਰੂਵ ਹੁੰਦੀ ਹੈ, ਉਹਦੇ ਨਾਲ ਗਰਾਊਂਡ ਵਾਟਰ ਜਿਹੜਾ ਹੈਗਾ ਚੇਂਜ ਹੁੰਦਾ ਹੈ। ਮੈਂ ਇਸ ਖੇਤ ਦੇ ਵਿੱਚ ਜਦੋਂ ਆਇਆ ਸੀਗਾ, ਉਸ ਤੋਂ ਪਹਿਲਾਂ ਕੈਮੀਕਲ ਖੇਤੀ ਹੁੰਦੀ ਸੀ ਇੱਥੇ, ਤਾਂ ਜਦੋਂ ਸਟਾਰਟ ਕੀਤਾ ਸੀ ਤਾਂ ਘਰ ਤੋਂ ਪਾਣੀ ਪੀਣ ਵਾਸਤੇ ਲੈ ਕੇ ਆਏ ਸੀ, ਇੱਥੋਂ ਦਾ ਪਾਣੀ ਪੀਣ ਯੋਗ ਨਹੀਂ ਸੀ। ਤੇ ਹੁਣ ਇੱਥੋਂ ਦਾ ਪਾਣੀ ਜਿਹੜਾ ਹੈਗਾ ਬਹੁਤ ਮਿੱਠਾ ਹੋਇਆ, ਤਾਂ ਇਹਦਾ ਜਿਹੜਾ ਗਰਾਊਂਡ ਵਾਟਰ ਅਪ ਵੀ ਹੋਇਆ, ਤਾਂ ਇਹਦਾ ਕੁਆਲਿਟੀ ਵੀ ਸੁਧਰੀ ਹੈ। ਤੇ ਜਦੋਂ ਤੁਸੀਂ ਉਸ ਇਕੋਲੋਜੀ ਦਾ ਸਾਈਕਲ ਬਿਲਡ ਕਰਦੇ ਹੋ ਤਾਂ ਉਹਦੇ ਨਾਲ ਨੈਚੁਰਲ ਰਿਸੋਰਸਿਸ ਐਨਰਿਚ ਹੁੰਦੇ ਆ, ਸੋਇਲ ਤਕੜੀ ਹੁੰਦੀ ਹੈ ਤੇ ਇੱਥੋਂ ਦਾ ਜਿਹੜਾ ਗਰਾਊਂਡ ਵਾਟਰ ਹੈ ਉਹ ਸੁਧਰਦਾ। ਇੱਕ ਆਪਾਂ ਇੱਧਰ ਦੇਖ ਰਹੇ ਤਾਂ ਕਾਫੀ ਰੁੱਖ ਖੇਤਾਂ ਦੇ ਵਿੱਚ ਲਾਏ ਹੋਏ ਆ ਹਨਾ। ਆਮ ਆਪਣੀ ਇਹ ਧਾਰਨਾ ਆ ਵੀ ਰੁੱਖ ਲਾ ਦਿਓ ਤੇ ਫਸਲ ਨਹੀਂ ਹੁੰਦੀ। ਤੁਹਾਨੂੰ ਕੀ ਲੱਗਦਾ ਵੀ ਰੁੱਖ ਕਿਉਂ ਲਾਏ ਹੋਏ ਆ, ਕੀ ਫਾਇਦਾ ਇਹਨਾਂ ਦੇ ਨਾਲ ਆਪਾਂ ਨੂੰ? ਹਾਂ, ਬਹੁਤ ਵਧੀਆ ਸਵਾਲ ਹੈ ਤੁਹਾਡਾ। ਆਪਾਂ ਪਹਿਲਾਂ ਇੱਥੋਂ ਗੱਲ ਪਹੁੰਚੇ ਸੀਗੇ ਕਿ 3 ਤਰ੍ਹਾਂ ਦੇ ਜੀਵ ਹੈ, 2 ਤਰ੍ਹਾਂ ਦੀ ਵਨਸਪਤੀ ਹੈ, ਫਸਲਾਂ ਤੇ ਰੁੱਖ। ਮੋਟੇ ਤੌਰ ਤੇ ਫਸਲਾਂ ਤੇ ਨਦੀਨ ਪਲੱਸ ਰੁੱਖ ਤੇ 3 ਤਰ੍ਹਾਂ ਦਾ ਜੀਵਨ ਹੈ, ਜੀਵ ਜਗਤ ਹੈ। ਹੁਣ ਮੈਂ ਆਪਣੀ ਵਨਸਪਤੀ ਨੂੰ 3 ਤਰ੍ਹਾਂ ਦੇ ਜੀਵ ਜਗਤ ਦਾ ਮਲ ਮੂਤਰ ਪਹੁੰਚਦਾ ਕਰਨਾ ਹੈ। ਕਿਵੇਂ ਹੋਊਗਾ? ਮੇਰੀਆਂ ਪ੍ਰੈਕਟਿਸਿਸ ਐਸੀਆਂ ਹੋਣਗੀਆਂ ਕਿ ਮੇਰੇ ਖੇਤ ਦੇ ਵਿੱਚ 3 ਤਰ੍ਹਾਂ ਦਾ ਜੀਵ ਜਗਤ ਹੋਵੇ ਤੇ ਉਹਦਾ ਮਲ ਮੂਤਰ ਮੇਰੀ ਵਨਸਪਤੀ ਨੂੰ ਪਹੁੰਚੇ। ਠੀਕ ਹੈ। ਨੰਬਰ 1 ਤੇ ਮੈਂ ਸਭ ਤੋਂ ਪਹਿਲਾਂ ਧਰਤੀ ਦੇ ਥੱਲੜੇ ਜੀਵਾਂ ਦੀ ਗੱਲ ਕਰਦਾ। ਮੈਂ ਕੀ ਕਰੂੰਗਾ ਕਿ ਜ਼ਹਿਰ ਨਹੀਂ ਪਾਊਂਗਾ, ਮੇਰੇ ਜੀਵ ਨਾ ਮਰ ਜਾਣ, ਧਰਤੀ ਦੇ ਵਿੱਚ ਰਹਿੰਦੇ ਆ। ਮੈਂ ਮਲਚ ਕਰੂੰਗਾ, ਢੱਕ ਕੇ ਰੱਖੂੰਗਾ ਜ਼ਮੀਨ, ਉਹਦੇ ਨਾਲ ਮੇਰੀ ਐਫਡੀ ਵੱਧ ਜੇ। ਇਹਨਾਂ ਨੂੰ ਥੱਲੜਿਆਂ ਨੂੰ ਅਸੀਂ ਐਫਡੀ ਬੋਲਾਂਗੇ। ਜਿਹੜੇ ਜੀਵ ਜਿੰਨੇ ਜ਼ਿਆਦਾ ਹੋਣਗੇ ਜ਼ਿਆਦਾ ਮਲ ਮੂਤਰ ਦੇਣਗੇ, ਮੇਰੀ ਵਨਸਪਤੀ ਤਕੜੀ ਹੋਊਗੀ। ਮੈਂ ਐਸੀਆਂ ਪ੍ਰੈਕਟਿਸ ਕਰੂੰਗਾ, ਮੈਂ ਜ਼ਿਆਦਾ ਕਲਟੀਵੇਸ਼ਨ ਨਹੀਂ ਕਰੂੰਗਾ, ਮਲਚ ਕਰੂੰਗਾ, ਥੱਲੜੇ ਜੀਵਾਂ ਨੂੰ ਵਧਾਉਣ ਵਾਸਤੇ ਜ਼ੋਰ ਲਾਊਂਗਾ। ਦੂਸਰਾ, ਉੱਪਰ ਤੁਰਨ ਵਾਲੇ ਜੀਵ। ਉੱਪਰ ਤੁਰਨ ਵਾਲੇ ਜੀਵਾਂ ਦੇ ਵਿੱਚ ਜ਼ਿਆਦਾਤਰ ਜੀਵ ਅਸੀਂ ਪਾਲਤੂ ਬਣਾ ਸਕਦੇ ਹਾਂ। ਮੈਂ ਉਹਨਾਂ ਜੀਵਾਂ ਨੂੰ ਆਪਣੀ ਖੇਤੀ ਦੀ ਵਿਵਸਥਾ ਦਾ ਹਿੱਸਾ ਬਣਾਊਂਗਾ। ਮੈਂ ਘਰ ਦੇ ਵਿੱਚ ਮੱਝਾਂ ਗਾਵਾਂ ਰੱਖੂੰਗਾ, ਮੈਂ ਮੁਰਗੀਆਂ ਰੱਖ ਲੂੰਗਾ, ਮੈਂ ਕੁਝ ਬੱਤਕਾਂ ਰੱਖ ਲੂੰਗਾ। ਐਸੇ ਜੀਵ ਜਿਨ੍ਹਾਂ ਤੋਂ ਮਲ ਮੂਤਰ ਮੇਰੇ ਖੇਤ ਨੂੰ ਜਾਵੇ, ਤਾਂ ਮੈਂ ਉਹਨਾਂ ਦਾ ਨੰਬਰਸ ਵਧਾਊਂਗਾ, ਵੋਲਿਊਮ ਵਧਾਊਂਗਾ, ਉਹਨਾਂ ਦਾ ਮਲ ਮੂਤਰ ਮੇਰੇ ਵਨਸਪਤੀ ਨੂੰ ਪਹੁੰਚ ਜੇ। ਹੁਣ 2 ਤਰ੍ਹਾਂ ਦੇ ਜੀਵਾਂ ਦਾ ਜਿਹੜਾ ਹੈਗਾ ਮਲ ਮੂਤਰ ਪਹੁੰਚ ਗਿਆ। ਹੁਣ ਰਹਿ ਗਿਆ ਤੀਸਰਾ ਜੀਵ ਜਗਤ, ਜਿਹੜਾ ਉੱਪਰ ਉੱਡਦਾ ਹੈ, ਉੱਡਣ ਵਾਲੇ ਜੀਵ। ਉਸ ਜੀਵ ਜਗਤ ਨੇ ਤੁਹਾਡੇ ਖੇਤ 'ਚ ਉਦਣ ਹੀ ਆਉਣਾ ਹੈ ਜਿੱਦਣ ਤੁਹਾਡੇ ਕੋਲੇ ਪੈਰੀਨੀਅਲਸ ਹੈ, ਤੁਹਾਡੇ ਕੋਲੇ ਰੁੱਖ ਹੈ। ਤਾਂ ਜੇਕਰ ਤੁਹਾਡੇ ਕੋਲੇ ਰੁੱਖ ਹੈ ਤਾਂ ਪੰਛੀ ਆਉਣਗੇ, ਨਹੀਂ ਤਾਂ ਨਹੀਂ ਆਉਣਗੇ। ਹੁਣ ਮੈਂ ਉਹਨਾਂ ਦਾ ਮਲ ਮੂਤਰ ਇਕੱਠਾ ਕਰਨਾ ਤਾਂ ਮੈਨੂੰ ਰੁੱਖ ਲਾਉਣੇ ਪੈਣੇ ਆ। ਤਾਂ ਰੁੱਖ ਜਿਹੜਾ ਹੈਗਾ ਇਸ ਕਰਕੇ ਕਿ ਮੈਂ ਉਹਨਾਂ ਦਾ ਮਲ ਮੂਤਰ ਖੇਤ 'ਚ ਲਿਆਉਣਾ ਹੈਗਾ। ਹੁਣ ਇਹ ਆ ਜਾਂਦਾ ਹੈਗਾ ਕਿ ਰੁੱਖ ਕਿੰਨੇ? ਠੀਕ ਹੈ। ਹੁਣ ਮੈਂ 20 ਏਕੜ 'ਚ ਖੇਤੀ ਕਰਦਾ, 20 ਏਕੜ ਦੇ ਵਿੱਚ ਮੈਂ 20 ਰੁੱਖ ਲਾ ਲਏ ਤੇ ਮੈਂ ਕਹਿੰਦਾ ਜੀ ਰੁੱਖ ਲੱਗ ਗਏ। ਨਹੀਂ, ਜੋ ਮੇਰਾ ਐਕਸਪੀਰੀਅੰਸ ਇਹ ਕਹਿੰਦਾ ਹੈਗਾ ਕਿ ਰੁੱਖਾਂ ਦੀ ਜਿਹੜੀ ਤੁਹਾਡਾ ਰੇਸ਼ੋ ਹੈ ਉਹ ਜੇਕਰ ਇੱਕ ਆਈਡੀਅਲ ਮਾਡਲ ਦੇ ਵਿੱਚ ਤਾਂ 50-50 ਚਾਹੀਦੀ ਹੈ। 50% ਐਨੂਅਲਸ ਤੇ 50% ਪੈਰੀਨੀਅਲਸ। ਠੀਕ ਹੈ। 50% ਰਕਬੇ ਤੇ ਫਸਲਾਂ, 50% ਰਕਬੇ ਤੇ ਰੁੱਖ। ਪਰ ਥੋੜਾ ਜਿਹਾ ਕੰਪਰੋਮਾਈਜ਼ ਤੁਸੀਂ ਕਰ ਸਕਦੇ ਹੋ। ਤੁਸੀਂ 1/3 ਦੇ ਉੱਪਰ ਰੁੱਖ ਤੇ 2/3 ਦੇ ਉੱਪਰ ਫਸਲਾਂ, ਇਹਨਾਂ ਕੋਲ ਜਾ ਸਕਦੇ ਹੋ। ਤਾਂ ਮੇਰੇ ਇਸ 20 ਏਕੜ ਦੇ ਖੇਤ ਦੇ ਵਿੱਚ ਟੋਟਲ 1500 ਪਲੱਸ ਰੁੱਖ ਹੈ। ਅੱਛਾ। ਤੇ ਗਾਂ ਰੁੱਖਾਂ ਦੇ ਵਿੱਚ ਫਿਰ ਇਹ ਨਹੀਂ ਹੈਗਾ ਕਿ ਤੁਸੀਂ ਮੰਨ ਲਓ ਮੈਂ 20 ਏਕੜ 'ਚ ਰੁੱਖ ਲਾਉਣੇ ਆ, 50 ਰੁੱਖ ਪ੍ਰਤੀ ਏਕੜ ਘੱਟੋ ਘੱਟ ਮੈਨੂੰ ਚਾਹੀਦੇ ਹੈਗੇ ਤੇ ਮੈਂ 1000 ਰੁੱਖ ਲਾਉਣਾ ਤੇ ਮੈਂ 1000 ਜਿਹੜਾ ਹੈਗਾ ਪਾਪੂਲਰ ਲਾ ਲਾਂ ਜਾਂ 1000 ਸਫੈਦਾ ਲਾ ਲਾਂ ਤੇ ਕਹਿੰਦਾ ਮਸਲਾ ਹੱਲ ਹੋ ਗਿਆ। ਨਹੀਂ, ਡਾਇਵਰਸਿਟੀ, ਜਿੰਨੀ ਡਾਇਵਰਸਿਟੀ ਉਨੀ ਥੋੜੀ। ਬੜਾ ਜ਼ਬਰਦਸਤ ਰਿਲੇਸ਼ਨ ਹੈ ਪਲਾਂਟ ਕਿੰਗਡਮ ਤੇ ਐਨੀਮਲ ਕਿੰਗਡਮ ਦਾ ਆਪਸ ਵਿੱਚ। ਕਿਸੇ ਖਾਸ ਕਿਸਮ ਦੇ ਰੁੱਖ ਦੇ ਉੱਤੇ ਕਿਸੇ ਖਾਸ ਕਿਸਮ ਦਾ ਪੰਛੀ ਹੀ ਆਊਗਾ।
ਕਿਸੇ ਖਾਸ ਕਿਸਮ ਦਾ ਪੰਛੀ ਕਿਸੇ ਖਾਸ ਕਿਸਮ ਦੇ ਰੁੱਖ ਲਈ ਫੂਡ ਪ੍ਰੋਵਾਈਡ ਕਰਾਊਗਾ। ਬੜਾ ਆਪਸ ਵਿੱਚ ਬਹੁਤ ਜ਼ਬਰਦਸਤ ਰਿਲੇਸ਼ਨ ਹੈਗਾ। ਤਾਂ ਜਿੰਨੀ ਡਾਇਵਰਸਿਟੀ ਮੇਰੇ ਕੋਲ ਟੋਟਲ ਸਪੀਸੀਜ਼ ਜਿਹੜੀਆਂ ਹੈਗੀਆਂ ਰੁੱਖਾਂ ਦੀਆਂ, ਉਹ ਹੁਣ ਤਾਂ ਮੈਨੂੰ ਲੱਗਦਾ ਵੀ 150 ਸਪੀਸੀ ਹੋਣੀ ਹੈ। ਅੱਛਾ, 150 ਸਪੀਸੀ ਮਤਲਬ ਜਿਵੇਂ ਅਮਰੂਦ ਦੇ ਵਿੱਚ ਮੇਰੇ ਕੋਲ 20 ਵੈਰਾਈਟੀਆਂ ਤਾਂ ਸਪੀਸੀ ਇੱਕ ਹੈ, ਇਸ ਤਰ੍ਹਾਂ 150 ਸਪੀਸੀਜ਼ ਹੈ ਪੇੜਾਂ ਦੇ ਵਿੱਚ। ਤਾਂ ਜੋ ਹੋ ਸਕਦਾ ਜਾਂ ਜਿੱਥੋਂ ਵੀ ਕੋਈ ਚਾਂਸ ਹੈ ਜਿਹੜਾ ਪੰਜਾਬ 'ਚ ਰੁੱਖ ਸਕਦਾ, ਹਰ ਮੈਂ ਲੱਭ ਕੇ ਲਿਆਇਆ ਤੇ ਉਹਨੂੰ ਲਾਇਆ ਹੈਗਾ। ਮੇਰੇ ਕੋਲ ਟੋਟਲ ਇੱਥੇ 40 ਕਿਸਮ ਦਾ ਫਰੂਟ ਹੈ। ਅੱਛਾ ਜੀ। ਤੇ ਜਿਹਦੇ ਵਿੱਚੋਂ 20 ਕਿਸਮ ਨੂੰ ਫਰੂਟਿੰਗ ਹੋਣ ਲੱਗ ਪਈ ਹੈ ਤੇ ਬਾਕੀ 20 ਕਿਸਮ ਥੋੜਾ ਸੈਂਸਿਟਿਵ ਸੀ, ਮੈਂ ਉਹ ਹੁਣ ਬਾਅਦ 'ਚ ਲਾਇਆ ਹੈਗਾ। ਤਾਂ 40 ਕਿਸਮ ਦਾ ਫਰੂਟ ਸਾਡੇ ਹੋ ਸਕਦਾ ਹੈ। ਕੁਦਰਤ ਨੇ ਜੋ ਸਾਨੂੰ ਦਿੱਤਾ ਹੈ ਉਹ ਤਾਂ ਸ਼ਾਇਦ ਦੁਨੀਆ 'ਚ ਕਿਸੇ ਨੂੰ ਦਿੱਤਾ ਹੋਵੇ, ਤੇ ਅਸੀਂ ਤਾਂ ਸਭ ਕੁਝ ਉਹ ਸਾਈਕਲ ਬ੍ਰੇਕ ਕਰਕੇ ਸਭ ਕੁਝ ਵਿਗਾੜਤਾ, ਤੇ ਹੁਣ ਤਾਂ ਹੋਰ ਕੋਈ ਰਸਤਾ ਹੀ ਨਹੀਂ ਹੈ। ਉਹਦੇ ਵਿੱਚ ਇੱਕ ਇਹ ਵੀ ਗੱਲ ਬੜੀ ਧਿਆਨ ਦੇਣ ਵਾਲੀ ਹੈਗੀ, ਜਿੱਦਾਂ ਫਲਾਂ ਦੀ ਗੱਲ ਕੀਤੀ ਕਿ ਬਹੁਭਾਂਤੀ ਫਲ ਜਿਹੜੇ ਆ ਉਹ ਹੋ ਸਕਦੇ। ਹਾਲਾਂਕਿ ਆਮ ਆਪਾਂ ਇਹ ਧਾਰਨਾ ਆ ਜਾਂਦੀ ਕਿ ਪੰਜਾਬ ਜੀ ਸਰਪਲਸ ਸਟੇਟ ਹੈ, ਪਰ ਜਦੋਂ ਉਹਦਾ ਆਪਾਂ ਡਾਟਾ ਦੇਖਦੇ ਹਾਂ ਤਾਂ ਸਿਰਫ 3 ਫਰੂਟ ਨੇ ਜਿਹੜੇ ਸਰਪਲਸ ਨੇ, 2-3 ਸਬਜ਼ੀਆਂ ਨੇ, 2 ਅਨਾਜ ਨੇ। ਉਸ ਤੋਂ ਇਲਾਵਾ ਸਾਰਾ ਕੁਝ ਹੀ ਅਸੀਂ ਜਿਹੜਾ ਆ ਉਹ ਸਮਾਂ ਬਾਹਰੋਂ ਲਿਆ ਰਹੇ। ਹਾਲਾਂਕਿ ਹੋ ਸਾਡੀ ਇਸ ਧਰਤੀ ਦੇ ਉੱਪਰ ਸਾਰਾ ਕੁਝ ਹੀ ਸਕਦਾ ਆ। ਸੋ ਅਖੀਰ ਦੇ ਵਿੱਚ ਮਤਲਬ ਮੈਂ ਤੱਤ ਨਿਚੋੜ ਦੇ ਤੌਰ ਦੇ ਉੱਪਰ ਜਾਣਨਾ ਚਾਹੁੰਦਾ ਹਾਂ ਕਿ ਇੱਕ ਤਾਂ ਆਪਣੇ ਵਾਸਤੇ ਜਿੰਨਾ ਕੁ ਮੈਂ ਆਪਣੀ ਗੱਲ ਦਾ ਨਿਚੋੜ ਕਰਾਂ ਵੀ, ਇੱਕ ਤਾਂ ਕਿ ਕੁਦਰਤ ਦਾ ਸਾਈਕਲ ਬ੍ਰੇਕ ਕੀਤਾ ਸੀਗਾ, ਉਹਨੂੰ ਦੁਬਾਰਾ ਚਲਾਉਣ ਦੀ ਸਾਨੂੰ ਜ਼ਰੂਰਤ ਹੈਗੀ ਆ। ਉਹਦਾ ਸਾਨੂੰ ਫਾਇਦਾ ਇਹ ਹੈਗਾ ਆ ਕਿ ਸਿਹਤ ਬਿਹਤਰ ਹੁੰਦੀ ਹੈ, ਜਿੰਨੇ ਆਪਦੇ ਇੱਕ ਜੀਵਨ ਦੇ ਵਿੱਚ ਸੰਤੁਸ਼ਟੀ ਜਿਹੜੀ ਆ ਆਉਂਦੀ ਆ, ਔਰ ਕੁਦਰਤ ਨੂੰ ਅਸੀਂ ਵਾਪਸ ਦੇ ਰਹੇ ਹਾਂ। ਤੁਹਾਨੂੰ ਕੀ ਲੱਗਦਾ ਕਿ ਕਿਸ ਤਰ੍ਹਾਂ ਦੇ ਉਪਰਾਲੇ ਆਪਾਂ ਨੂੰ ਕਰਨੇ ਚਾਹੀਦੇ ਆ ਕਿ ਜਿਹਦੇ ਨਾਲ ਜਿਹੜੀਆਂ ਸਾਡੀਆਂ ਸਮੱਸਿਆਵਾਂ ਨੇ, ਜਿੱਦਾਂ ਗਰਾਊਂਡ ਵਾਟਰ ਨੂੰ ਥੱਲੇ ਜਾਣ ਦੀ ਦਿੱਕਤ ਹੈਗੀ ਆ ਜਾਂ ਬਾਕੀ ਸਾਰੀਆਂ ਹੈਗੀਆਂ, ਉਹਨਾਂ ਦੇ ਵਿੱਚ ਅਸੀਂ ਡਾਇਰੈਕਟਲੀ ਕੁਛ ਨਾ ਕੁਛ ਹਿੱਸਾ ਜਿਹੜਾ ਆ ਉਹ ਪਾ ਸਕਦੇ ਹੋਈਏ, ਤੇ ਦੂਜਾ ਆਪਣੀ ਜਿਹੜੀ ਇਹ ਗੱਲ ਆ ਇਹ ਥੋੜ੍ਹੀ ਵੱਧ ਬਿਹਤਰ ਤਰੀਕੇ ਦੇ ਨਾਲ ਜਰਨਲਾਈਜ਼ ਹੋ ਸਕੇ ਜਾਂ ਆਮ ਬੰਦੇ ਨੂੰ ਅਡੋਪਟ ਕਰ। ਵੈਸੇ ਤਾਂ ਹੁਣ ਦੇਖਿਆ ਗਿਣਤੀ ਵੱਧ ਰਹੀ ਹੈ, ਪਰ ਥੋੜ੍ਹੀ ਬਿਹਤਰੀ ਕਿਸ ਤਰ੍ਹਾਂ ਲੱਗਦੀ ਹੈ? ਬਿਲਕੁਲ, ਇਹ ਜਿਹੜਾ ਹੈ ਇਸ਼ੂ ਬੜਾ ਸਵੀਅਰ ਹੈਗਾ। ਇਹ ਹਰ ਲੈਵਲ ਦੇ ਉੱਤੇ ਇਹਦੇ 'ਤੇ ਕੰਮ ਕਰਨ ਦੀ ਲੋੜ ਹੈਗੀ ਹੈ। ਸਾਨੂੰ ਨਿੱਕੇ ਨਿੱਕੇ ਮੁੱਦਿਆਂ ਦੇ ਉੱਤੇ ਵੀ ਕੰਮ ਕਰਨ ਦੀ ਲੋੜ ਹੈਗੀ ਆ। ਪਾਣੀ ਦੀ ਟੂਟੀ ਖੁੱਲੀ ਪਈ ਆ, ਉਹਨੂੰ ਬੰਦ ਕਰਨ ਦੀ ਲੋੜ ਹੈਗੀ। ਸਾਰੇ ਫੀਲਡ ਦੇ ਵਿੱਚ ਕੰਮ ਕਰਨ ਦੀ ਲੋੜ ਆ। ਪਰ ਕਿਉਂਕਿ ਮੇਰੀ ਲਾਈਨ ਮੇਰੀ ਐਗਰੀਕਲਚਰ ਹੈਗੀ, ਮੈਂ ਆਪਣੀ ਲਾਈਨ ਦੇ ਵਿੱਚ ਗੱਲ ਕਰਾਂ ਤਾਂ ਸਾਨੂੰ ਐਗਰੀਕਲਚਰ ਦਾ ਮਾਡਲ ਚੇਂਜ ਕੀਤੇ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ। ਸਾਨੂੰ ਐਗਰੀਕਲਚਰ ਦਾ ਜਿਹੜਾ ਇਹ ਮਾਡਲ ਬਦਲਣਾ ਪੈਣਾ ਹੈਗਾ, ਮੋਨੋਕਲਚਰ ਤੋਂ ਨਿਕਲਣਾ ਪੈਣਾ। ਜੇ ਅਸੀਂ ਇਸ ਮਾਡਲ ਤੇ ਆਉਂਦੇ ਆ, ਸੈਲਫ ਸਸਟੇਨੇਬਲ ਮਾਡਲ ਤੇ ਆਉਂਦੇ ਆ, ਇੱਕ ਫਸਲ ਜਿਹੜੀ ਇੱਕ ਫਸਲ ਤੋਂ ਉਹਦੀ ਬਜਾਏ ਵੱਧ ਫਸਲਾਂ, ਤਾਂ ਹੁਣ ਸਾਡੇ ਕਈ ਵਾਰੀ ਇਹਨੂੰ ਵੀ ਇੰਟਰਪ੍ਰੈਟ ਗਲਤ ਕੀਤਾ ਜਾਂਦਾ ਹੈ ਕਿ ਫਸਲੀ ਵਿਭਿੰਨਤਾ ਸ਼ਾਇਦ ਪੰਜਾਬ ਨੂੰ ਬਚਾ ਦਊਗੀ, ਤੇ ਕਣਕ ਚੋਂ ਕੱਢ ਕੇ ਇਹਨੂੰ ਲੈ ਜਾਓ ਸਰੋਂ ਦੇ ਵਿੱਚ ਲੈ ਜਾਓ ਜਾਂ ਝੋਨੇ ਚੋਂ ਕੱਢ ਕੇ ਮੱਕੀ 'ਚ ਲੈ ਜਾਓ, ਉਹ ਤਾਂ ਫਿਰ ਮੋਨੋਕਲਚਰ ਹੋ ਗਿਆ। ਕਿਸੇ ਵੀ ਚੀਜ਼ ਦੀ ਜੇਕਰ ਤੁਸੀਂ ਬਹੁਤਾਤ ਕਰੋਗੇ ਉਹ ਵਿਗਾੜ, ਮੋਨੋਕਲਚਰ ਤਾਂ ਅਗੇਂਸਟ ਨੇਚਰ ਹੈ। ਤਾਂ ਤੁਹਾਨੂੰ ਬਹੁ ਫਸਲੀ ਪ੍ਰਣਾਲੀ ਦੇ ਵੱਲ ਜਾਣਾ ਪਊਗਾ। ਜਦੋਂ ਬਹੁ ਫਸਲੀ ਪ੍ਰਣਾਲੀ ਜਾਂਦੇ ਹੋ ਤਾਂ ਇਹ ਜਿਹੜਾ ਹੈ ਝੋਨਾ ਆਪੇ ਖਤਮ ਹੋ ਜਾਣਾ। ਹੁਣ ਮੇਰੇ 20 ਏਕੜ ਦੇ ਖੇਤ ਦੇ ਵਿੱਚ ਮੈਂ ਹਾਰਡਲੀ 1 ਕਿੱਲਾ ਜਾਂ 1.5 ਕਿੱਲਾ ਝੋਨਾ ਲਾਉਣਾ, ਉਹ ਬਾਸਮਤੀ ਲਾਉਣਾ ਹੋਵੇ ਆਪਣੇ ਚੌਲਾਂ ਦੀ ਰਿਕੁਆਇਰਮੈਂਟ ਵਾਸਤੇ। ਤਾਂ ਸਾਨੂੰ ਬਹੁ ਫਸਲੀ ਪ੍ਰਣਾਲੀ ਤੇ ਜਾਣਾ ਪੈਣਾ। ਖੇਤੀ ਦਾ ਮਾਡਲ ਚੇਂਜ ਕੀਤੇ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ। ਸਾਨੂੰ ਵਾਪਸ ਆਪਣੇ ਉਸ ਪੁਰਾਤਨ ਖੇਤੀ ਦੇ ਮਾਡਲ ਤੇ ਜਾਣਾ ਪੈਣਾ। ਹਾਂ, ਇਹਦੇ ਤੇ ਕੰਮ ਹੋਣ ਦੀ ਲੋੜ ਹੈ। ਜੇ ਅਸੀਂ ਕਹੀਏ ਕਿ ਅੱਜ ਖੇਤੀ ਦਾ ਉਹੀ ਮਾਡਲ ਜਿਹੜਾ ਖੇਤੀ ਮੇਰਾ ਦਾਦਾ ਕਰਦਾ ਸੀ ਉਹਨੂੰ ਹੂਬਹੂ ਲਾਗੂ ਕਰ ਦਈਏ, ਨਹੀਂ ਚੱਲੂਗਾ। ਸਾਨੂੰ ਉਸ ਮਾਡਲ ਨੂੰ ਅਪਡੇਟ ਕਰਨਾ ਪੈਣਾ, ਉਸ ਮਾਡਲ ਨੂੰ ਸਮੇਂ ਦਾ ਹਾਣੀ ਬਣਾਉਣਾ ਪੈਣਾ। ਇਹਦੇ ਤੇ ਕੰਮ ਨਹੀਂ ਹੋਇਆ। ਮੈਂ ਜਿੱਦਣ ਆਇਆ ਸੀ ਤੇ ਅੱਜ ਪਿਛਲੇ 8-9 ਸਾਲਾਂ ਦੇ ਵਿੱਚ ਅਸੀਂ ਇਸ ਬਹੁਤ ਕੰਮ ਕੀਤਾ, ਇਹਨੂੰ ਸਮੇਂ ਦਾ ਹਾਣੀ ਬਣਾਉਣ ਤੇ ਕੰਮ ਕੀਤਾ ਹੈਗਾ। ਤਾਂ ਇਹਦੇ ਤੇ ਹੋਰ ਬਹੁਤ ਕੰਮ ਹੋਣ ਦੀ ਲੋੜ ਹੈ। ਇਹਨੂੰ ਜਿਹੜਾ ਹੈਗਾ ਹੋਰ ਸੌਖਿਆਂ ਕਰਨ ਦੀ ਲੋੜ ਹੈ। ਇਹਦੇ ਤੇ ਕੰਮ ਨਹੀਂ ਹੋਇਆ ਕੁਦਰਤੀ ਖੇਤੀ ਤੇ, ਇਹਦੇ ਤੇ ਕੰਮ ਹੋਣ ਦੀ ਲੋੜ ਹੈਗੀ ਹੈ। ਇੱਕ ਜਿੱਦਾਂ ਕੱਲ੍ਹ ਵੀ ਅਸੀਂ ਜਿਨ੍ਹਾਂ ਨੂੰ ਮਿਲੇ ਸੀਗੇ ਉਹਨਾਂ ਨੂੰ ਦੱਸਿਆ ਕਿ ਉਹਨਾਂ ਨੇ ਕਮਾਦ ਦੇ ਵਿੱਚ ਤਕਰੀਬਨ 15 ਤਰ੍ਹਾਂ ਦੀਆਂ ਹੋਰ ਫਸਲਾਂ ਜਿਹੜੀਆਂ ਆ ਉਹ ਲੈ ਰਹੇ ਆ। ਸੋ ਮੈਂ ਜਿੰਨੀ ਕੁ ਗੱਲਬਾਤ ਨੂੰ ਭਾਜੀ ਹੋਣਾ ਦੇ ਨਾਲ ਵੀ ਜਾਂ ਜਿੰਨੀ ਪਹਿਲਾਂ ਵੀ ਕੀਤੀ ਆ, ਉਹਨੂੰ ਦੇਖ ਕੇ ਇਹ ਗੱਲ ਦੇਖੀ ਹੈ ਕਿ ਰਾਹ ਹੈਗਾ ਆ। ਬੇਸਿਕ ਗੱਲ ਇਹ ਹੈਗੀ ਆ ਕਿ ਆਪਾਂ ਆਪਣੀ ਬਿਰਤੀ ਜਿਹੜੀ ਹੈ ਉਹਦੇ ਵੱਲ ਤਵੱਜੋ ਦੇ ਕੇ ਇਹਦੇ ਵੱਲ ਨੂੰ ਚੱਲਣ ਦੀ ਕੋਸ਼ਿਸ਼ ਜਿਹੜੀ ਕਰੀਏ। ਇਹਦੇ ਨਾਲ ਕੁਦਰਤੀ ਤਵਾਜ਼ਨ ਵੀ ਬਣਦਾ ਆ, ਔਰ ਜਿੰਨਾ ਸਮੱਸਿਆਵਾਂ ਦੇ ਵਿੱਚ ਅਸੀਂ ਘਿਰੇ ਹੋਏ ਆ, ਚਾਹੇ ਉਹ ਪਾਣੀ ਹੇਠਾਂ ਜਾਣ ਦੀ ਸਮੱਸਿਆ ਆ, ਪਾਣੀ ਨੂੰ ਬਚਦਾ ਆ, ਪਾਣੀ ਉੱਪਰ ਆਉਂਦਾ, ਪਾਣੀ ਦਾ ਮਿਆਰ ਜਿੱਦਾਂ ਇਹਨਾਂ ਨੇ ਦੱਸਿਆ ਕਿ ਇੰਪਰੂਵ ਹੁੰਦਾ। ਤੁਹਾਨੂੰ ਯਾਦ ਹੋਊਗਾ ਪਹਿਲਾਂ ਗੁਰਮੁਖ ਸਿੰਘ ਹੋਣਾ ਨੇ ਵੀ ਇਹ ਗੱਲ ਕੀਤੀ ਸੀ ਕਿ ਉਹਨਾਂ ਨੇ
ਆਪਣੇ ਘਰ ਦੀ ਛੱਤ ਦਾ ਪਾਣੀ ਜ਼ਮੀਨ ਦੇ ਵਿੱਚ ਪਾਇਆ, ਉਹ ਟੈਸਟ ਕਰਦੇ ਰਹਿੰਦੇ ਲਗਾਤਾਰ, ਤੇ ਉਹਦਾ TDS ਜਿਹੜਾ ਆ ਉਹ ਦੱਸ ਰਹੇ ਸੀਗੇ ਵੀ ਪਿਛਲੇ ਸਾਲਾਂ ਦੇ ਦੌਰਾਨ ਘਟਿਆ ਆ। ਸੋ ਰਾਹ ਹੈਗਾ ਆ, ਉਹਦੇ ਉੱਪਰ ਮਨ ਬਣਾ ਕੇ ਚੱਲਣ ਦੀ ਜ਼ਰੂਰਤ ਜਿਹੜੀ ਹੈਗੀ ਆ। ਅਸੀਂ ਹੋਰਨਾਂ ਵੀ ਜਿਹੜੇ ਮਾਹਰ ਨੇ ਜਾਂ ਕਿਸਾਨ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਰਹਾਂਗੇ ਤੇ ਉਹਨਾਂ ਦਾ ਤਜਰਬਾ ਜਿਹੜਾ ਆ ਉਹ ਵੀ ਇਕੱਠਾ ਕਰਕੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕਰਦੇ ਰਹਾਂਗੇ। ਬਹੁਤ ਬਹੁਤ ਮਿਹਰਬਾਨੀ ਭਾਜੀ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।